हाँ जी फ्रेंड, गुड इवनिंग जी साਰਿਆਂ ਨੂੰ। ਡੀਅਰ, ਅੱਜ ਦੀ ਕਲਾਸ ਦੇ ਵਿੱਚ ਅਸੀਂ ਜੀਨ ਪਿਆਜੇ ਬਾਰੇ ਪੜਾਂਗੇ। ਬਹੁਤ ਹੀ ਇੰਪੋਰਟੈਂਟ ਥਿਊਰੀਜ਼ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂਗੇ। ਇਸ ਤੋਂ ਪਹਿਲਾਂ ਅਸੀਂ ਬਹੁਤ ਕੁਝ ਪੜ੍ਹਿਆ ਜੀ, ਕਿੰਨੇ ਅਸੀਂ ਸਾਈਕੋਲੋਜਿਸਟ ਪੜ੍ਹੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਜੀਨ ਪਿਆਜੇ ਤੋਂ ਸ਼ੁਰੂ ਕਰਾਂਗੇ। ਆਫਟਰ ਦੈਟ ਕੋਲਬਰਗ ਦੀ ਗੱਲ ਕਰਾਂਗੇ। ਠੀਕ ਹੈ ਜੀ, ਵਾਈਗੋਸਕੀ ਬਾਰੇ ਪੜਾਂਗੇ। ਸੋ 2-3 ਥਿਊਰੀਜ਼ ਤੁਹਾਡੇ ਐਗਜ਼ਾਮ ਵਾਸਤੇ ਇੰਪੋਰਟੈਂਟ ਨੇ ਤੇ ਹਰ ਵਾਰ ਇੱਥੋਂ ਕੁਐਸਚਨ ਵੇਖਣ ਨੂੰ ਮਿਲਦਾ ਹੈਗਾ। ਠੀਕ ਹੈ ਜੀ, ਜੋ ਕੁਐਸਚਨ ਬਣਨਗੇ ਤੁਹਾਨੂੰ ਨਾਲ ਅਸੀਂ ਦੱਸਾਂਗੇ ਤੇ ਲਾਸਟ ਦੇ ਉੱਪਰ ਅਸੀਂ MCQs ਦੀ ਪ੍ਰੈਕਟਿਸ ਵੀ ਕਰਾਂਗੇ। ਠੀਕ ਹੈ ਜੀ, ਤਾਂ ਫਰੈਂਡ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਨੂੰ। ਧਿਆਨ ਦੇ ਨਾਲ ਸਮਝਿਓ, ਟੋਟਲੀ ਡਿਫਰੈਂਟ ਹੈ ਬਾਕੀ ਦੇ ਕਨਸੈਪਟਸ ਦੇ ਨਾਲੋਂ। ਠੀਕ ਹੈ ਜੀ, ਬਟ ਜਦੋਂ ਅਸੀਂ ਸਟੇਜਸ ਦੀ ਗੱਲ ਕਰਦੇ ਹੈਗੇ ਨਾ, ਸਟੇਜਸ ਡਿਵੈਲਪਮੈਂਟ ਦੀ ਅਸੀਂ ਗੱਲ ਕੀਤੀ ਸੀ, ਸਟੇਜਸ ਆਫ ਡਿਵੈਲਪਮੈਂਟ ਦੀ ਗੱਲ ਕੀਤੀ ਸੀ। ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਸਟੇਜਸ ਪੜ੍ਹੀਆਂ। ਅਸੀਂ ਸ਼ਿਸ਼ੂ ਅਵਸਥਾ ਦੀ ਗੱਲ ਕਰਦੇ ਹਾਂ, ਇਨਫੈਂਸੀ ਪੀਰੀਅਡ ਦੀ ਗੱਲ ਕਰਦੇ ਹਾਂਗੇ, ਚਾਈਲਡਹੁੱਡ ਦੀ ਗੱਲ ਕਰਦੇ ਹਾਂ ਜੀ, ਅਰਲੀ ਚਾਈਲਡਹੁੱਡ ਦੀ ਗੱਲ ਕਰਦੇ ਹਾਂਗੇ, ਆਫਟਰ ਦੈਟ ਅਡੋਲਸੈਂਸ ਤੇ ਅਡਲਟਹੁੱਡ ਦੀ ਗੱਲ ਕਰਦੇ ਹਾਂ। ਸੋ ਉਹਨਾਂ ਹੀ ਸਟੇਜਸ ਦੇ ਵਾਂਗ ਜਦੋਂ ਅਸੀਂ ਪਿਆਜੇ ਨੂੰ ਪੜ੍ਹਦੇ ਹਾਂ ਤਾਂ ਪਿਆਜੇ ਨੇ ਇੱਕ ਆਪਣੀ ਵੱਖਰੀ ਥਿਊਰੀ ਦਿੱਤੀ ਹੈਗੀ। ਪਿਆਜੇ ਥਿਊਰੀ ਆਫ ਕੋਗਨੇਟਿਵ ਡਿਵੈਲਪਮੈਂਟ ਕਹਿੰਦੇ ਆ। ਠੀਕ ਹੈ ਜੀ, ਸੋ ਫਰੈਂਡ ਇਸ ਬਾਰੇ ਅਸੀਂ ਪੜ੍ਹਨਾ ਸ਼ੁਰੂ ਕਰ ਦਿਆਂਗੇ। ਸੋ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਥਿਊਰੀ ਦਾ ਕੀ ਨਾਮ ਆ। ਪਿਆਜੇ ਦੀ ਥਿਊਰੀ ਦਾ ਕੀ ਨਾਮ ਹੈ ਜੀ? ਪਿਆਜੇ ਦੀ ਥਿਊਰੀ ਦਾ ਨਾਮ ਕੋਗਨੇਟਿਵ ਡਿਵੈਲਪਮੈਂਟ ਆ ਜੀ, ਜਿਹਨੂੰ ਅਸੀਂ ਗਿਆਨਾਤਮਕ ਕਹਿੰਦੇ ਆਗੇ, ਜਿਸ ਨੂੰ ਫਰੈਂਡ ਅਸੀਂ ਗਿਆਨਾਤਮਕ ਸਿਧਾਂਤ ਕਹਿੰਦੇ ਆਗੇ। ਠੀਕ ਹੈ ਜੀ, ਸੋ ਕੁਐਸਚਨ ਇੱਥੋਂ ਹੀ ਬਣ ਜਾਂਦਾ ਹੈਗਾ ਕਿ ਜਿਹੜਾ ਪਿਆਜੇ ਆ ਉਸ ਦੀ ਥਿਊਰੀ ਦਾ ਨਾਮ ਕੀ ਆ, ਜਾਂ ਪਿਆਜੇ ਦੀ ਥਿਊਰੀ ਦੇ ਵਿੱਚ ਕਿਹੜੀ ਚੀਜ਼ ਇਨਵੋਲਵ ਹੈ। ਸੋਸ਼ਲ ਇਨਵੋਲਵ ਹੈ, ਇਮੋਸ਼ਨਲ ਇਨਵੋਲਵ ਹੈ, ਜਾਂ ਕੋਗਨੇਟਿਵ ਇਨਵੋਲਵ ਹੈ, ਤਾਂ ਤੁਹਾਡਾ ਜਾਏਗਾ ਕੋਗਨੇਟਿਵ ਡਿਵੈਲਪਮੈਂਟ। ਸੋ ਗਿਆਨਾਤਮਕ ਸਿਧਾਂਤ ਆ ਜਿਹੜਾ ਪਿਆਜੇ ਨੇ ਦਿੱਤਾ। ਠੀਕ ਆ ਜੀ, ਸੋ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ, ਸਾਰੀਆਂ ਟਰਮਸ ਨਵੀਆਂ ਨੇਗੀਆਂ। ਮੈਂ ਇਹੀ ਚਾਹਨਾਗਾ ਕਿ ਤੁਸੀਂ ਬੜੇ ਆਰਾਮ ਦੇ ਨਾਲ 1 ਘੰਟਾ ਇਸ ਨੂੰ ਸੁਣੋ। ਤਾਂ ਫਰੈਂਡ, ਬੱਚੇ ਦੇ ਵਿਕਾਸ ਦੇ ਭਿੰਨ-ਭਿੰਨ ਪੜਾਅ ਹੁੰਦੇ ਨੇਗੇ। ਇਹਨਾਂ ਭਿੰਨ-ਭਿੰਨ ਪੜਾਅ ਤੋਂ ਬੱਚੇ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਗੁਣ ਦਿਖਾਈ ਦਿੰਦੇ ਨੇ। ਇਹਨਾਂ ਗੁਣਾਂ ਦੇ ਆਧਾਰ ਤੇ ਮਨੋਵਿਗਿਆਨੀਆਂ ਨੇ ਕੁਝ ਸਿਧਾਂਤ ਦੀ ਖੋਜ ਕੀਤੀ ਹੈਗੀ। ਚਾਹੇ ਅਸੀਂ ਕੋਲਬਰਗ ਦੀ ਗੱਲ ਕਰੀਏ, ਚਾਹੇ ਅਸੀਂ ਪਿਆਜੇ ਦੀ ਗੱਲ ਕਰੀਏ, ਠੀਕ ਹੈ ਜੀ, ਦੈਨ ਚਾਹੇ ਅਸੀਂ ਵਾਈਗੋਸਕੀ ਦੀ ਗੱਲ ਕਰੀਏ, ਇਹਨਾਂ ਦੇ ਜਿਹੜੇ ਸਿਧਾਂਤ ਨੇ ਉਹਨਾਂ ਦਾ ਬੇਸ ਕੀ ਹੈਗਾ? ਇਹਨਾਂ ਦਾ ਬੇਸ ਆ ਜੀ ਵਿਕਾਸ ਦੇ ਵੱਖ-ਵੱਖ ਪੜਾਅ। ਠੀਕ ਹੈ ਜੀ, ਵਿਕਾਸ ਦੇ ਵੱਖ-ਵੱਖ ਪੜਾਅ, ਕਿਉਂਕਿ ਜਿਹੜੀ ਸਟੇਜ ਆ ਨਾ, ਜਿਹੜੀ ਏਜ ਦੇ ਵੱਖ-ਵੱਖ ਪੜਾਅ ਨੇ, ਉਹਨਾਂ ਹੀ ਵੱਖ-ਵੱਖ ਸਟੇਜਸ ਦੇ ਵਿੱਚ, ਵੱਖ-ਵੱਖ ਪੜਾਵਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗੁਣ ਨੇ, ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕੁਆਲਿਟੀਜ਼ ਨੇ ਉਹ ਅਪੀਅਰ ਹੁੰਦੀਆਂ ਨੇ ਚਿਲਡਰਨ ਦੇ ਵਿੱਚ। ਇੱਕ ਚਾਈਲਡ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕੁਆਲਿਟੀਜ਼ ਨੇ ਉਹ ਆਉਂਦੀਆਂ ਨੇਗੀਆਂ। ਉਹਨਾਂ ਕੁਆਲਿਟੀਜ਼ ਦੀ ਸਟੱਡੀ ਆ ਗਈ। ਗੱਲ ਸਮਝੋ, ਬੱਚੇ ਦੇ ਵਿੱਚ ਕੀ ਚੰਗੀਆਂ ਗੱਲਾਂ ਆ ਰਹੀਆਂ ਨੇ, ਕੀ ਮਾੜੀਆਂ ਗੱਲਾਂ ਆ ਰਹੀਆਂ ਨੇ, ਕਿਵੇਂ ਉਹ ਸਿੱਖ ਰਿਹਾ ਹੈਗਾ, ਸਹੀ ਸਿੱਖ ਰਿਹਾ, ਗਲਤ ਸਿੱਖ ਰਿਹਾ, ਇਹਨਾਂ ਸਾਰਿਆਂ ਨੂੰ ਸਮਝਣਾ ਕੀ ਹੈ ਜੀ, ਇਹਨਾਂ ਥਿਊਰੀਜ਼ ਦੇ ਅੰਡਰ ਆਉਂਦਾ ਹੈਗਾ। ਕਲੀਅਰ? ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਇਹਨਾਂ ਥਿਊਰੀਜ਼ ਨੂੰ ਕਿਉਂ ਪੜ੍ਹਦੇ ਹਾਂਗੇ। ਤਾਂ ਬੱਚੇ ਦੇ ਵਿਕਾਸ ਦੇ ਭਿੰਨ-ਭਿੰਨ ਪੜਾਅ ਨੇ ਜੀ। ਭਿੰਨ-ਭਿੰਨ ਪੜਾਵਾਂ ਵਿੱਚ ਜਿਹੜੇ ਬੱਚੇ ਨੇਗੇ, ਠੀਕ ਆ, ਉਹ ਵੱਖ-ਵੱਖ ਪ੍ਰਕਾਰ ਦੇ ਜਿਹੜੇ ਗੁਣ ਨੇ ਉਹਨਾਂ ਦੇ ਵਿੱਚ ਦਿਖਾਈ ਦਿੰਦੇ ਨੇਗੇ। ਸੋ ਇਹਨਾਂ ਗੁਣਾਂ ਦੇ ਆਧਾਰ ਤੇ ਹੀ ਜਿਹੜੀਆਂ ਮਨੋਵਿਗਿਆਨੀਆਂ ਨੇ ਕੁਝ ਸਿਧਾਂਤਾਂ ਦੀ ਖੋਜ ਕੀਤੀ ਹੈਗੀ। ਤੇ ਉਹਨਾਂ ਸਿਧਾਂਤਾਂ ਦੇ ਵਿੱਚੋਂ ਅਸੀਂ ਅੱਜ ਕਿਹੜਾ ਸਿਧਾਂਤ ਪੜ੍ਹਨ ਜਾ ਰਹੇ ਹਾਂ ਜੀ? ਅਸੀਂ ਪੜ੍ਹਨ ਜਾ ਰਹੇ ਹਾਂ ਜੀ ਗਿਣਾਤਮਕ ਵਿਕਾਸ ਦਾ ਸਿਧਾਂਤ। ਤੇ ਦਿੱਤਾ ਕਿਸ ਨੇ ਜੀ? ਜੀਨ ਪਿਆਜੇ ਨੇ। ਕਲੀਅਰ ਹੋ ਗਈ ਗੱਲ? ਕਲੀਅਰ ਹੋਇਆ? ਅਸੀਂ ਗਿਆਨਾਤਮਕ ਵਿਕਾਸ ਦਾ ਸਿਧਾਂਤ ਪੜ੍ਹਨ ਜਾ ਰਹੇ ਹਾਂ, ਕੋਗਨੇਟਿਵ ਡਿਵੈਲਪਮੈਂਟ ਪੜ੍ਹਨ ਜਾ ਰਹੇ ਹਾਂਗੇ ਜੀਨ ਪਿਆਜੇ ਦੀ। ਕਲੀਅਰ? ਤਾਂ ਸਭ ਤੋਂ ਪਹਿਲਾਂ ਜੀਨ ਪਿਆਜੇ ਬਾਰੇ ਸਮਝ ਲੈਂਦੇ ਆ ਕਿ ਜੀਨ ਪਿਆਜੇ ਕੌਣ ਸੀਗਾ। ਤਾਂ ਫਰੈਂਡ, ਜੀਨ ਪਿਆਜੇ ਦੀ ਜਦੋਂ ਗੱਲ ਕਰਦੇ ਹਾਂ, ਗਿਆਨਾਤਮਕ ਵਿਕਾਸ ਦੀ ਧਾਰਨਾ ਇਹਨਾਂ ਨੇ ਦਿੱਤੀ ਹੈ ਜੀ। ਕੰਸੈਪਟ ਆਫ ਕੋਗਨੇਟਿਵ ਡਿਵੈਲਪਮੈਂਟ ਜਿਹੜਾ ਆਇਆਗਾ ਉਹ ਜੀਨ ਪਿਆਜੇ ਦੇ ਨਾਲ ਆਇਆਗਾ। ਪਹਿਲੀ ਗੱਲ ਤਾਂ ਜੀਨ ਪਿਆਜੇ ਸਵਿਟਜ਼ਰਲੈਂਡ ਦਾ ਮਨੋਵਿਗਿਆਨੀ ਸੀ। ਠੀਕ ਆ ਜੀ, ਤਾਂ ਕਰਕੇ ਇਸ ਨੂੰ ਫਰੈਂਡ ਸਵਿਸ ਸਾਈਕੋਲੋਜਿਸਟ ਵੀ ਕਿਹਾ ਜਾਂਦਾ ਹੈਗਾ, ਕਿਉਂਕਿ ਸਵਿਟਜ਼ਰਲੈਂਡ ਦਾ ਰਹਿਣ ਵਾਲਾ ਸੀਗਾ, ਤਾਂ ਕਰਕੇ ਸਵਿਸ ਮਨੋਵਿਗਿਆਨੀ ਦੇ ਨਾਮ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ, ਜਿਸ ਨੇ ਮਨੁੱਖੀ ਭਾਵ ਬੱਚਿਆਂ ਦੇ ਵਿਕਾਸ ਦੇ ਗਿਆਨਾਤਮਕ ਸਿਧਾਂਤ ਨੂੰ ਦਰਸਾਇਆ। ਇਹਨਾਂ ਨੂੰ ਵਿਕਾਸਾਤਮਕ ਬਾਲ ਮਨੋਵਿਗਿਆਨ ਦਾ ਜਨਮਦਾਤਾ ਵੀ ਕਿਹਾ ਜਾਂਦਾ ਜੀ। ਇਹਨਾਂ ਪੁਆਇੰਟਾਂ ਨੂੰ ਨੋਟ ਕਰੋਗੇ ਕਿਉਂਕਿ ਕੁਐਸਚਨ ਡਾਇਰੈਕਟ ਬਣਦੇ ਨੇਗੇ। ਇਹਨਾਂ ਨੂੰ ਵਿਕਾਸਾਤਮਕ ਬਾਲ ਮਨੋਵਿਗਿਆਨ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈਗਾ। ਤੇ ਜਿਹੜਾ ਅਸੀਂ ਕੋਗਨੇਟਿਵ ਡਿਵੈਲਪਮੈਂਟ ਸਿਧਾਂਤ ਪੜ੍ਹਦੇ ਹਾਂ, ਕੋਗਨੇਟਿਵ ਡਿਵੈਲਪਮੈਂਟ ਥਿਊਰੀ ਪੜ੍ਹਦੇ ਆਂਗੇ, ਇਹ ਥਿਊਰੀ ਇਹਨਾਂ ਨੇ 1922 ਤੋਂ 1932 ਦੇ ਟਾਈਮ ਪੀਰੀਅਡ ਦੇ ਵਿੱਚ ਦਿੱਤੀ ਸੀਗੀ। ਕਲੀਅਰ ਹੈ ਜੀ? ਸੋ
ਆਲਸੋ ਨੋਨ ਐਜ਼ ਦਾ ਫਾਦਰ ਆਫ ਡਿਵੈਲਪਮੈਂਟ ਆਫ ਦਾ ਚਾਈਲਡ ਸਾਈਕੋਲੋਜੀ, ਯਾਦ ਰੱਖੋਗੇ ਬਹੁਤ ਇੰਪੋਰਟੈਂਟ ਆ। ਫਾਦਰ ਆਫ ਡਿਵੈਲਪਮੈਂਟਲ ਚਾਈਲਡ ਸਾਈਕੋਲੋਜੀ ਦੇ ਨਾਂ ਤੇ ਵਿਕਾਸਾਤਮਕ ਬਾਲ ਮਨੋਵਿਗਿਆਨ ਦੇ ਜਨਮਦਾਤਾ ਦੇ ਨਾਮ ਦੇ ਉੱਪਰ ਅਸੀਂ ਜੀਨ ਪਿਆਜੇ ਨੂੰ ਜਾਣ ਦਿਆਂਗੇ। ਤੇ ਜਿਹੜੀ ਇਹਨਾਂ ਦੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਸੀਗੀ, ਇਹ ਇਹਨਾਂ ਨੇ 1922 ਤੋਂ 1932 ਦੇ ਪੀਰੀਅਡ ਦੇ ਦੌਰਾਨ ਦਿੱਤੀ ਹੈਗੀ। ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਜੀ? ਇਹਨਾਂ ਨੂੰ ਗਿਆਨਵਾਦ ਦੇ ਪਿਤਾਮਾ ਵੀ ਕਿਹਾ ਜਾਂਦਾ ਹੈਗਾ। ਗਿਆਨਵਾਦ ਦੇ ਪਿਤਾਮਾ ਭਾਵ ਫਾਦਰ ਆਫ ਕੋਗਨੀਟਿਜ਼ਮ ਕਿਹਾ ਜਾਂਦਾ ਹੈਗਾ। ਹੁਣ ਜਦੋਂ ਇਹਨਾਂ ਦੀ ਥਿਊਰੀ ਦਾ ਨਾਮ ਕੋਗਨੀਟਿਵ ਡਿਵੈਲਪਮੈਂਟ ਆ ਤਾਂ ਇਹਨਾਂ ਨੂੰ ਫਾਦਰ ਆਫ ਕੋਗਨੀਟਿਜ਼ਮ ਵੀ ਕਿਹਾ ਜਾਏਗਾ। ਠੀਕ ਹੈ ਜੀ। ਆਫਟਰ दैट ਇਹਨਾਂ ਨੂੰ ਜੈਨੇਟਿਕ ਐਪਿਸਟੋਮੋਲੋਜਿਸਟ ਕਿਹਾ ਜਾਂਦਾ ਹੈਗਾ। ਇੰਪੋਰਟੈਂਟ ਆ ਜੀ। ਜੈਨੇਟਿਕ ਐਪਿਸਟੋਮੋਲੋਜਿਸਟ ਦਾ ਕੀ ਮਤਲਬ ਆ? ਅਨੁਵੰਸ਼ਿਕ ਵਿਗਿਆਨੀ, ਉਹ ਵਿਗਿਆਨੀ ਜਿਹੜੇ ਜੀਨ ਦੀ ਸਟੱਡੀ ਕਰਦੇ ਨੇਗੇ। ਠੀਕ ਹੈ ਜੀ। ਜਿਸ ਤਰ੍ਹਾਂ ਮੈਂਡਲ ਸੀਗਾ, ਸੋ ਉਹ ਵਿਗਿਆਨੀ ਜਿਹੜੇ ਜੀਨ ਦੀ ਸਟੱਡੀ ਕਰਦੇ ਨੇ ਉਹਨਾਂ ਨੂੰ ਅਸੀਂ ਜੈਨੇਟਿਕ ਐਪਿਸਟੋਮੋਲੋਜਿਸਟ ਕਿਹਾ ਜਾਂਦਾ ਜੀ। ਜੈਨੇਟਿਕ ਐਪਿਸਟੋਮੋਲੋਜਿਸਟ ਕਿਹਾ ਜਾਂਦਾ ਹੈਗਾ, ਅਨੁਵੰਸ਼ਿਕ ਮਨੋਵਿਗਿਆਨੀ ਕਿਹਾ ਜਾਂਦਾ ਹੈਗਾ, ਕਿਉਂਕਿ ਇਹ ਜੀਨ ਦੀ ਸਟੱਡੀ ਕਰਦੇ ਨੇ। ਸੋ ਐਪਿਸਟੋਮੋਲੋਜਿਸਟ ਜਿਹੜਾ ਵਰਡ ਆ, ਪਲੀਜ਼ ਇਸ ਨੂੰ ਯਾਦ ਰੱਖੋਗੇ। ਆਫਟਰ दैट ਕੋਗਨੀਟਿਜ਼ਮ ਵਰਡ ਵੀ ਜ਼ਰੂਰ ਯਾਦ ਰੱਖੋਗੇ। ਐਂਡ ਨਾਲ ਹੀ ਕੰਸਟਰਕਟਿਜ਼ਮ। ਕੰਸਟਰਕਟਿਜ਼ਮ ਕਿਉਂ ਕਿਹਾ ਜਾਂਦਾ ਹੈਗਾ? ਕਿਉਂਕਿ ਇਹਨਾਂ ਨੂੰ ਰਚਨਾਵਾਦ ਦੇ ਪਿਤਾਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ। ਸੋ ਫਾਦਰ ਆਫ ਡਿਵੈਲਪਮੈਂਟ, ਠੀਕ ਹੈ ਜੀ, ਫਾਦਰ ਆਫ ਡਿਵੈਲਪਮੈਂਟ ਕਹਿ ਸਕਦੇ ਹੋ ਚਾਈਲਡ ਸਾਈਕੋਲੋਜੀ, ਫਾਦਰ ਆਫ ਕੋਗਨੀਟਿਜ਼ਮ ਕਹਿ ਸਕਦੇ ਹੋਗੇ। ਠੀਕ ਹੈ ਜੀ। ਐਂਡ ਫਾਦਰ ਆਫ ਕੰਸਟਰਕਟਿਜ਼ਮ ਕਹਿ ਸਕਦੇ ਹੋਗੇ। ਇਹ ਤਿੰਨ ਜਿਹੜੀਆਂ ਗੱਲਾਂ ਨੇਗੀਆਂ ਇਹ ਜੀਨ ਪਿਆਜੇ ਦੇ ਨਾਲ ਹੀ ਰਿਲੇਟਡ ਨੇ, ਜਿੱਥੋਂ ਕੁਐਸਚਨ ਐਗਜ਼ਾਮ ਦੇ ਵਿੱਚ ਆ ਜਾਂਦਾ ਹੈਗਾ। ਕਲੀਅਰ ਜੀ। ਸੋ ਬੜਾ ਈਜ਼ੀਲੀ ਨਾਲ ਮੈਂ ਤੁਹਾਨੂੰ ਰਿਪੀਟ ਕਰਕੇ ਦੱਸ ਰਿਹਾ ਹਾਂ ਕਿਉਂਕਿ ਲਰਨਿੰਗ ਦਾ ਥੋੜਾ ਜਿਹਾ ਜ਼ਿਆਦਾ ਹੈਗਾ। ਜੀਨ ਪਿਆਜੇ ਨੂੰ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਦਿੱਤੀ ਜੀਨ ਪਿਆਜੇ ਨੇ, ਸਵਿਟਜ਼ਰਲੈਂਡ ਦੇ ਮਨੋਵਿਗਿਆਨੀ ਸੀ। ਠੀਕ ਹੈ ਜੀ। ਇਹਨਾਂ ਨੂੰ ਬਾਲ ਵਿਕਾਸਾਤਮਕ ਮਨੋਵਿਗਿਆਨ ਦਾ ਜਨਮਦਾਤਾ ਕਿਹਾ ਜਾਂਦਾ ਜੀ। ਫਾਦਰ ਆਫ ਕੋਗਨੀਟਿਜ਼ਮ ਕਿਹਾ ਜਾਂਦਾ ਹੈਗਾ, ਫਾਦਰ ਆਫ ਕੰਸਟਰਕਟਿਜ਼ਮ ਕਿਹਾ ਜਾਂਦਾ ਹੈਗਾ, ਐਂਡ ਐਪਿਸਟੋਮੋਲੋਜਿਸਟ ਕਿਹਾ ਜਾਂਦਾ ਹੈਗਾ। ਐਪਿਸਟੋਮੋਲੋਜਿਸਟ ਉਹ ਹੁੰਦੇ ਨੇਗੇ ਜਿਹੜੇ ਕਿ ਜੀਨ ਦੀ ਸਟੱਡੀ ਕਰਦੇ ਨੇ। ਦੱਸੋ ਜੀ, ਇੱਥੋਂ ਤੱਕ ਕਲੀਅਰ ਹੋਇਆ? ਇੱਥੋਂ ਤੱਕ ਫਰੈਂਡ ਬੇਸਿਕ ਕਲੀਅਰ ਹੋਇਆ? ਜਸਟ ਤੁਹਾਨੂੰ ਇਹ ਦੱਸਿਆ ਕਿ ਜੀਨ ਪਿਆਜੇ ਦੀ ਥਿਊਰੀ ਕੀ ਹੈਗੀ ਤੇ ਜੀਨ ਪਿਆਜੇ ਨੂੰ ਕਿਸ ਨਾਮ ਦੇ ਨਾਲ, ਕਿਸ ਤਰ੍ਹਾਂ ਦਾ ਉਹਨਾਂ ਨੂੰ ਫਾਦਰ ਜਾਣਿਆ ਜਾਂਦਾ ਹੈਗਾ। ਫਾਦਰ ਆਫ ਕੋਗਨੀਟਿਜ਼ਮ, ਫਾਦਰ ਆਫ ਕੰਸਟਰਕਟਿਜ਼ਮ ਐਂਡ ਫਾਦਰ ਆਫ ਡਿਵੈਲਪਮੈਂਟ ਚਾਈਲਡ ਸਾਈਕੋਲੋਜੀ। ਠੀਕ ਹੈ ਜੀ। ਇੰਪੋਰਟੈਂਟ ਆ ਤਾਂ ਇਸ ਦੇ ਉੱਪਰ ਮੈਂ ਫੋਕਸ ਕਰ ਰਿਹਾ ਹਾਂ। ਕਲੀਅਰ। ਅੱਗੇ ਗੱਲ ਕਰਦੇ ਹਾਂ ਜੀ ਪਿਆਜੇ ਦਾ ਗਿਆਨਾਤਮਕ ਵਿਕਾਸ ਦਾ ਸਿਧਾਂਤ ਆ ਜਿਹੜਾ ਪਿਆਜੇ ਦੀ ਸਟੇਜਸ ਨੇਗੀਆਂ, ਸਟੇਜ ਸਿਧਾਂਤ। ਹੁਣ ਸਟੇਜਸ ਕਿਹੜੀਆਂ ਨੇ ਇੱਕ ਵਾਰ ਮੈਂ ਤੁਹਾਨੂੰ ਸ਼ੋ ਕਰਦਾ ਕਿ ਸਟੇਜਸ ਕਿਹੜੀਆਂ ਨੇ। ਅਸੀਂ ਅਗਲੇ ਲੈਕਚਰ ਦੇ ਵਿੱਚ, ਨੈਕਸਟ ਅਸੀਂ ਲੈਕਚਰ ਦੇ ਵਿੱਚ ਇਹਦੀਆਂ ਸਾਰੀਆਂ ਇਹ 4 ਸਟੇਜਸ ਕਰ ਰਹੇ ਨੇ ਪੂਰੀ ਡਿਟੇਲ ਦੇ ਵਿੱਚ। ਬਟ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਇਨਫੈਂਸੀ ਪੀਰੀਅਡ ਜਨਮ ਤੋਂ 2 ਸਾਲ ਦਾ ਹੈਗਾ। ਠੀਕ ਹੈ ਜੀ। ਆਫਟਰ ਚਾਈਲਡਹੁੱਡ ਹੈਗਾ। ਠੀਕ ਹੈ। 2 ਤੋਂ 12 ਸਾਲ ਦਾ अर्ली चाइल्डहुड, लेटर चाइल्डहुड, आफ्टर द एडोलसेंस की गल करते हैं। उस तरीके ही जीन पियाजे स्टेजेस की गल करता जी। जीन पियाजे कोई इन्फेंसी पीरियड की गल नहीं करता, शिशु अवस्था की गल नहीं करता। उसने बच्चे दे मानसिक डिवेलपमेंट नूं, मैंटल डिवेलपमेंट नूं जज करते हुए अपनियां स्टेजेस दित्तियां नेगियां। ठीक है। तो आह स्टेजेस असीं नैक्सट क्लास विच पढ़नी हैगी। ठीक है। सेंसरी मोटर होंदी है जी, प्री ऑपरेशनल होंदी है, कंक्रीट होंदी है ते फॉर्मल ऑपरेशनल स्टेज होएगी। ये 4 स्टेजां दा क्वेश्चन ना 100% एग्जाम च आंदा हैगा। अज ही इन्हां स्टेजेस नूं नोट कर लो क्योंकि पूछ लिया जांदा हैगा कि किस स्टेज दे विच 7 ਤੋਂ 11 साल दी एज दा बच्चा जिहड़ा ओह किस स्टेज दे विच आंदा हैगा तां कंक्रीट ऑपरेशनल स्टेज दे विच आएगा। ठीक है जी। सेंसरी मोटर दे विच बर्थ तो 2 साल दा आएगा, कंक्रीट ऑपरेशनल च 7 ਤੋਂ 11 दा, प्री ऑपरेशनल च 2 ਤੋਂ 7 दा एंड फॉर्मल ऑपरेशनल च 12 साल का उस तो ज्यादा का। सो इन्हां स्टेजेस की गल कर रहा है। सो पियाजे के ज्ञानात्मक विकास का जो सिद्धांत है ना वो एक स्टेज थ्योरी के उपर आधारित है, जिस तो पता लगता कि सारे मनुखी जीव एक विधि पूर्वक भविष्यवाणी वाला ते क्रमवार तब्दीली तो गुजरते हैं। यह स्टेज की शो कर रही है जी? यह स्टेज की शो कर रही है? यह स्टेज शो कर रही है तब्दीली। ठीक है जी। यह स्टेज की शो कर रही है? यह स्टेज शो कर रही हैगी तब्दीली। ठीक है जी। कि असी हरेक स्टेज के उपर तब्दीली आउंदी आ। इस स्टेज दे विच बच्चा अपनी ज्ञान इंद्रियां दे नाल सिखदा हैगा। ठीक है। इस स्टेज दे विच बच्चा जिहड़ा मैंटली तौर पर थोड़ा परिपक्व हो जाता हैगा। सो इन्हां स्टेजेस दे अकॉर्डिंग की है बच्चा जिहड़ा ओह तब्दीली दे विचों गुजरदा हैगा।
ਸੋ ਜਿਹੜਾ ਪਿਆਜੇ ਹੈਗਾ ਉਹਦੀ ਜਿਹੜੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ ਆ ਉਹ ਐਕਚੁਅਲੀ ਸਟੇਜ ਥਿਊਰੀ ਆ। ਸਟੇਜ ਥਿਊਰੀ ਦਾ ਮਤਲਬ ਆ ਕਿ ਬੱਚਾ ਡਿਫਰੈਂਟ ਸਟੇजेस ਦੇ ਵਿੱਚੋਂ ਗੁਜ਼ਰਦਾ ਹੈਗਾ, from which it is known that the all human beings undergoes the predictable and sequential, ਭਾਵ ਜਿਹੜਾ ਇੱਕ ਸੀਕੁਐਂਸ ਬਣਦਾ ਹੈਗਾ ਐਂਡ ਪ੍ਰੈਡਿਕਟੇਬਲ, ਜਿਸ ਦੀ ਭਵਿੱਖਬਾਣੀ ਕੀਤੀ ਜਾਂਦੀ ਹੈਗੀ, ਅਸੀਂ ਉਸ ਸਟੇजेस ਦੇ ਵਿੱਚੋਂ ਗੁਜ਼ਰਦੇ ਹਾਂ। ਇਹ ਸਿਧਾਂਤ ਹੇਠਲੀਆਂ ਧਾਰਨਾਵਾਂ ਤੇ ਨਿਰਧਾਰਿਤ ਆ। ਦੇਖੋ ਇਹਦੀਆਂ ਬੇਸ ਕੀ ਹੈਗਾ ਹਨਾ, ਅਜੰਪਸ਼ਨ ਕੀ ਆ ਇਸ ਥਿਊਰੀ ਦਾ। ਸਾਰੇ ਮਨੁੱਖੀ ਜੀਵ ਇੱਕ ਕਰਮਵਾਰ ਪੜਾਅ ਚੋਂ ਗੁਜ਼ਰਦੇ ਨੇ। ਪਹਿਲੀ ਗੱਲ ਤਾਂ ਬੜੀ ਨੋਰਮਲ ਆ, ਬੜੀ ਕਲੀਅਰ ਹੈਗੀ ਆ ਕਿ ਹਰੇਕ ਬੱਚੇ ਦੇ ਸਟੇजेस ਆਣਗੇ। ਜਨਮ ਤੋਂ 2 ਸਾਲ ਦਾ ਆਏਗਾ, 2 ਤੋਂ 7 ਸਾਲ ਦਾ ਆਏਗਾ, ਡਿਫਰੈਂਟ ਸਟੇजेस, ਠੀਕ ਹੈ ਜੀ। ਸੈਂਸਰੀ ਮੋਟਰ ਆਏਗਾ, ਪ੍ਰੀ ਆਪਰੇਸ਼ਨਲ ਆਏਗਾ, ਕੰਕਰੀਟ ਆਏਗਾ, ਇਹ ਸਾਰੇ ਸਟੇजेस ਆਣਗੀਆਂ। ਉਹ ਇੱਕ ਵਿਸ਼ੇਸ਼ ਉਮਰ ਦੇ ਇੱਕ ਪੜਾਅ ਤੋਂ ਦੂਜੇ ਪੜਾਅ 'ਚ ਜਾਂਦੇ ਨੇ, ਬਿਲਕੁਲ। ਹੁਣ ਜਿਹੜਾ ਪਹਿਲਾ ਪੜਾਅ ਹੈਗਾ, ਜਿਹੜਾ ਪਹਿਲਾ ਪੜਾਅ ਉਹ ਕੀ ਹੈ ਜੀ, ਜਨਮ ਤੋਂ 2 ਸਾਲ ਦਾ, ਤੇ ਦੂਜਾ ਪੜਾਅ ਕਿਹੜਾ ਜੀ 2 ਤੋਂ 7 ਦਾ, ਤੀਜਾ ਪੜਾਅ ਕਿਹੜਾ 7 ਤੋਂ 11 ਦਾ, ਫਿਰ 12 ਤੋਂ ਅਪ। ਸੋ ਕਹਿਣ ਦਾ ਮਤਲਬ ਆ ਕਿ ਸੈਕੰਡ ਪੁਆਇੰਟ ਕਹਿੰਦਾ ਹੈਗਾ ਕਿ ਜਿਹੜੇ ਬੱਚੇ ਨੇਗੇ ਉਹ ਵੱਖ-ਵੱਖ ਪੜਾਵਾਂ ਦੇ ਵਿੱਚੋਂ ਗੁਜ਼ਰਦੇ ਨੇ। ਅਜਿਹੀ ਪ੍ਰਗਤੀ ਦਾ ਸਿਲਸਿਲਾ ਨਿਰੰਤਰ ਰਹਿੰਦਾ ਤੇ ਬਦਲਦਾ ਨਹੀਂ। ਹੁਣ ਇਹ ਕੀ ਹੋ ਰਹੀ ਆ, ਇਹ ਕੀ ਹੋ ਰਹੀ ਆ, ਇਹ ਡਿਵੈਲਪਮੈਂਟ ਹੀ ਤਾਂ ਹੋ ਰਹੀ ਆ, ਇਹ ਡਿਵੈਲਪਮੈਂਟ ਹੀ ਤਾਂ ਹੋ ਰਹੀ ਆ। ਬੱਚੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਆ ਉਹ ਲਗਾਤਾਰ ਨਿਰੰਤਰ ਚੱਲਦੀ ਰਹਿੰਦੀ ਹੈਗੀ। ਸੋ ਉਮੀਦ ਹੈ ਜੀ ਪੇਜ ਤੁਹਾਨੂੰ ਕਲੀਅਰ ਹੋਏਗਾ। ਆਲ ਹਿਊਮਨ ਬੀਇੰਗਸ ਪਾਸ ਥਰੂ ਦਾ ਸੀਰੀਜ਼ ਆਫ ਸਟੇजेस, ਹਰੇਕ ਹਿਊਮਨ ਆ ਜਿਹੜਾ ਉਹ ਸਟੇजेस ਦੇ ਵਿੱਚੋਂ ਪਾਸ ਕਰੇਗਾ, ਠੀਕ ਹੈ ਜੀ। ਦੇ ਪਾਸ ਫਰੋਮ ਵਨ ਸਟੇਜ ਟੂ ਅਨਦਰ ਐਟ ਅ ਪਾਰਟਿਕੂਲਰ ਏਜ। ਇਹ ਜਿਹੜੀਆਂ ਸਟੇजेस ਨੇ ਇਹ ਕਿਸ ਤਰ੍ਹਾਂ ਨੇ, ਇਹ ਉਹਨਾਂ ਦੀ ਏਜ ਦੇ ਅਕੋਰਡਿੰਗ ਨੇ। ਇਹ ਜਿਹੜੀਆਂ ਸਟੇजेस ਨੇ ਉਸ ਬੱਚੇ ਦੀ ਏਜ ਦੇ ਅਕੋਰਡਿੰਗ ਨੇ। ਐਂਡ ਫਰੈਂਡ ਨੈਕਸਟ ਕੀ ਹੈਗਾ, the course of such progress is continue and does not change। ਇਹ ਜਿਹੜਾ ਸਟੇजेस 'ਚ ਡਿਵੈਲਪਮੈਂਟ ਆ ਇਹ ਕੰਟੀਨਿਊ ਚੱਲਦੀ ਰਹਿੰਦੀ ਆ। ਅਸਲ 'ਚ ਡਿਵੈਲਪਮੈਂਟ ਨੂੰ ਹੀ ਤਾਂ ਸਟੇजेस ਕਿਹਾ ਹੈਗਾ। ਜਿਵੇਂ ਜਿਵੇਂ ਡਿਵੈਲਪਮੈਂਟ ਹੋਈ ਜਾਂਦੀ ਆ ਉਸ ਨੂੰ ਤਾਂ ਸਟੇजेस ਕਹਿ ਦਿੱਤਾ ਗਿਆ। ਦੱਸੋ ਜੀ ਐਨੀ ਸਟੂਡੈਂਟ ਦਾ ਕੋਈ ਵੀ ਇੱਥੇ ਡਾਊਟ ਹੋਵੇ, ਈਵਨ ਕਿ ਪਹਿਲੀਆਂ 2 ਸਲਾਈਡ ਦੇ ਵਿੱਚ ਕਿਸੇ ਵੀ ਸਟੂਡੈਂਟ ਦਾ ਕੋਈ ਡਾਊਟ ਹੋਵੇ। ਦੇਖੋ ਪਹਿਲੀ ਸਟੇजेस ਦੇ ਵਿੱਚ ਅਸੀਂ ਪੜ੍ਹਿਆ ਕਿ ਜਿਹੜਾ ਜੀਨ ਪਿਆਜੇ ਆ ਉਸ ਨੂੰ ਫਾਦਰ ਆਫ ਕੋਗਨੀਟਿਜ਼ਮ ਕਿਹਾ ਜਾਂਦਾ, ਫਾਦਰ ਆਫ ਕੰਸਟਰਕਟਿਜ਼ਮ ਕਿਹਾ ਜਾਂਦਾ ਹੈਗਾ, ਠੀਕ ਹੈ ਜੀ। ਇਹਨਾਂ ਨੂੰ ਜੈਨੇਟਿਕ ਐਪਿਸਟੋਮੋਲੋਜਿਸਟ ਕਿਹਾ ਜਾਂਦਾ ਹੈਗਾ। ਦੈਨ ਇਹਨਾਂ ਨੂੰ ਫਾਦਰ ਆਫ ਡਿਵੈਲਪਮੈਂਟ ਆਫ ਚਾਈਲਡ ਸਾਈਕੋਲੋਜੀ ਕਿਹਾ ਜਾਂਦਾ ਹੈਗਾ। ਕੋਗਨੀਟਿਵ ਡਿਵੈਲਪਮੈਂਟ ਦੀ ਇਹਨਾਂ ਨੇ ਥਿਊਰੀ ਆ ਜਿਹੜੀ ਕੰਸੈਪਟ ਆ ਉਹ ਦਿੱਤਾ ਹੈਗਾ। ਦੂਸਰੀ ਸਟੇਜ ਦੇ ਉੱਪਰ ਦੂਸਰੀ ਸਲਾਈਡ ਦੇ ਵਿੱਚ ਅਸੀਂ ਪੜ੍ਹਿਆ ਕਿ ਜਿਹੜਾ ਵੀ ਇਹਨਾਂ ਦਾ ਸਿਧਾਂਤ ਆ ਗਿਆਨਾਤਮਕ ਵਿਕਾਸ ਦਾ ਜਿਹੜਾ ਸਿਧਾਂਤ ਹੈਗਾ ਉਹ ਸਟੇਜ ਥਿਊਰੀ ਹੈਗੀ। ਸਟੇजेस ਤੁਹਾਨੂੰ ਅਸੀਂ ਸ਼ੋ ਕਰਤੀਆਂ ਕਿ ਕਿਹੜੀਆਂ ਸਟੇजेस ਨੇ, ਤੇ ਇਹ ਜਿਹੜੀ ਥਿਊਰੀ ਆ ਇਹਦਾ ਬੇਸ ਕੀ ਆ, ਇਹਦਾ ਬੇਸ ਆ ਜਸਟ ਡਿਵੈਲਪਮੈਂਟ ਪੜਾਵਾਰ, ਠੀਕ ਹੈ ਜੀ, ਏਜ ਦੇ ਮੁਤਾਬਕ। ਹੁਣ ਇਹ ਕਹਿੰਦਾ ਜੀ ਕਰਮਵਾਰ ਪੜਾਅ ਵਿੱਚੋਂ ਗੁਜ਼ਰਦੇ ਨੇ, ਉਮਰ ਦੇ ਅਕੋਰਡਿੰਗ ਪੜਾਅ ਆਉਂਦੇ ਨੇਗੇ, ਤੇ ਜਿਹੜੀ ਡਿਵੈਲਪਮੈਂਟ ਆ ਇਹ ਕੰਟੀਨਿਊ ਚੱਲਦੀ ਰਹਿੰਦੀ ਹੈਗੀ। ਦੱਸੋ ਫਰੈਂਡ ਕਿਸੇ ਵੀ ਸਟੂਡੈਂਟ ਦਾ ਕੋਈ ਵੀ ਇੱਥੇ ਡਾਊਟ ਹੋਵੇ ਤਾਂ ਪੁੱਛ ਸਕਦੇ ਹੋ, ਕਿਸੇ ਵੀ ਸਟੂਡੈਂਟ ਦਾ ਕੋਈ ਵੀ ਡਾਊਟ ਹੋਵੇ ਤਾਂ ਪੁੱਛ ਸਕਦੇ ਹੋ ਜੀ। ਠੀਕ ਹੈ ਜੀ, ਇਹ ਸਾਰੀਆਂ ਸਟੇजेस ਅਸੀਂ ਨੈਕਸਟ ਲੈਕਚਰ ਦੇ ਵਿੱਚ ਪੜ੍ਹਨੀਆਂ ਨੇਗੀਆਂ। ਆਲ ਸਟੇजेस ਅਸੀਂ ਨੈਕਸਟ ਲੈਕਚਰ ਦੇ ਵਿੱਚ ਪੜ੍ਹਨੀਆਂ ਨੇ। ਚਲੋ ਜੀ ਅੱਗੇ ਮੂਵ ਕਰਦੇ ਹਾਂ। ਫਿਰ ਜੀਨ ਪਿਆਜੇ ਦੇ ਗਿਣਾਤਮਕ ਵਿਕਾਸ ਦੇ ਸਿਧਾਂਤ ਦੇਣ ਵਿੱਚ ਆਪਣੇ 3 ਬੱਚਿਆਂ ਦੇ ਪ੍ਰਯੋਗ ਕੀਤੇ, ਠੀਕ ਹੈ ਜੀ। ਕੋਈ ਜ਼ਿਆਦਾ ਇੰਪੋਰਟੈਂਟ ਨਹੀਂ, ਬਟ ਯਾਦ ਰੱਖੋਗੇ ਕਿ ਜੀਨ ਪਿਆਜੇ ਨੇ ਜਿਹੜੇ ਵੀ ਆਪਣੇ ਪ੍ਰਿੰਸੀਪਲ ਦਿੱਤੇ ਨੇਗੇ ਉਹ ਉਸਨੇ ਆਪਣੇ 3 ਬੱਚਿਆਂ ਦੇ ਉੱਪਰ ਪ੍ਰਯੋਗ ਕਰਕੇ ਦਿੱਤੇ ਸੀਗੇ। ਪਿਆਜੇ ਦੇ ਰਚਨਾਤਮਕਵਾਦ ਦੀ ਧਾਰਨਾ ਆਪਣੇ ਗਿਆਨਾਤਮਕ ਵਿਕਾਸ ਦੇ ਸਿਧਾਂਤ ਵਜੋਂ ਦਿੱਤੀ ਗਈ ਸੀਗੀ। ਉਸ ਅਨੁਸਾਰ ਬੱਚੇ ਆਪਣੇ ਕਿਰਿਆਸ਼ੀਲ ਚਿੰਤਕ ਹੁੰਦੇ ਨੇ ਜਿਹੜੇ ਆਪਣੇ ਨੇੜੇ ਤੇੜੇ ਦੀ ਦੁਨੀਆ ਤੋਂ ਸਮਝ ਦਾ ਨਿਰਮਾਣ ਕਰਨ ਵਿੱਚ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਨੇ। ਕੀ ਕਿਹਾ ਜੀ, ਜੀਨ ਪਿਆਜੇ ਕਹਿਣਾ ਕੀ ਚਾਹੁੰਦਾ ਹੈਗਾ, ਜੀਨ ਪਿਆਜੇ ਦੇ ਅਕੋਰਡਿੰਗ ਜਿਹੜੇ ਬੱਚੇ ਨੇ ਨਾ ਉਹ ਐਕਟਿਵ ਥਿੰਕਰ ਹੁੰਦੇ ਨੇਗੇ, ਭਾਵ ਪੂਰੀ ਤਰ੍ਹਾਂ ਨਾਲ ਐਕਟਿਵ ਹੁੰਦੇ ਨੇ ਤੇ ਉਸ ਦੇ ਆਲੇ ਦੁਆਲੇ ਜੋ ਕੁਝ ਵੀ ਵਾਪਰ ਰਿਹਾ ਹੈਗਾ, ਠੀਕ ਆ, ਉਸ ਤੋਂ ਉਹ ਸਮਝਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਨੇ। ਅਸੀਂ ਨਹੀਂ ਸਮਝ ਪਾਉਂਦੇ ਕਿ ਬੱਚਾ ਕੀ ਸਮਝਿਆ, ਬਟ ਜੀਨ ਪਿਆਜੇ ਕਹਿੰਦਾ ਕਿ ਜੋ ਵੀ ਬੱਚਾ ਨਾ ਉਹ ਬਹੁਤ ਜ਼ਿਆਦਾ ਕਿਰਿਆਸ਼ੀਲ ਚਿੰਤਕ ਹੁੰਦਾ ਹੈਗਾ, ਬਹੁਤ ਜ਼ਿਆਦਾ ਐਕਟਿਵ ਹੁੰਦਾ ਹੈਗਾ ਤੇ ਨੇੜੇ ਤੇੜੇ ਦੀਆਂ ਦੁਨੀਆ ਤੋਂ ਉਹ ਬਹੁਤ ਕੁਝ ਸਿੱਖਦਾ ਹੈਗਾ। ਜਿਵੇਂ ਕੁਝ ਦੇਖਦਾ ਹੈਗਾ ਉਵੇਂ ਹੀ ਉਹ ਸਿੱਖਦਾ ਹੈਗਾ। ਇਸ ਦੀ ਗੱਲ ਅਸੀਂ ਅੱਗੇ ਵੀ ਕਰਾਂਗੇ, ਠੀਕ ਹੈ ਜੀ। ਜੀਨ ਪਿਆਜੇ ਅਨੁਸਾਰ ਬੱਚੇ ਵਿੱਚ ਜਨਮ ਤੋਂ ਹੀ ਬੌਧਿਕ ਯੋਗਤਾ ਹੁੰਦੀ ਆ, ਬੱਚੇ ਦੇ ਵਿੱਚ ਜਨਮ ਤੋਂ ਹੀ ਬੌਧਿਕ ਯੋਗਤਾ ਹੁੰਦੀ ਆ। ਇਸ ਦੀ ਗੱਲ ਤੁਹਾਨੂੰ ਅੱਗੇ ਸਮਝ ਆਏਗੀ ਅਗਲੀ ਸਲਾਈਡ ਦੇ ਉੱਪਰ ਕਿ ਕਿਸ ਬੌਧਿਕ ਯੋਗਤਾ ਦੀ ਗੱਲ ਕਰਦਾ ਹੈਗਾ। ਕਹਿੰਦਾ ਬੱਚੇ ਖਿਡੌਣੇ ਦੇ ਨਾਲ ਖੇਡਣ, ਪਕੜਨ, ਆਵਾਜ਼ਾਂ ਸੁਣਨ ਵਰਗੀਆਂ ਕਿਰਿਆਵਾਂ ਕਰਦੇ ਨੇ ਤੇ ਉਸ ਦੀ ਮਾਨਸਿਕ ਬੌਧਿਕ ਕਿਰਿਆਵਾਂ ਦਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈਗਾ। ਕਹਿੰਦਾ ਜੋ ਬੱਚਾ ਨਾ, ਹੁਣ ਜਦੋਂ ਇਹ ਕੋਗਨੇਟਿਵ ਐਬਿਲਿਟੀ ਦੀ ਗੱਲ ਕਰ ਰਿਹਾ
ਗਿਆਨਾਤਮਕ ਦੀ ਗੱਲ ਕਰ ਰਿਹਾ ਹੈਗਾ ਤਾਂ ਸਿੰਪਲ ਜੀ ਗੱਲ ਆ ਕਿ ਉਹ ਬੌਧਿਕਤਾ ਦੀ ਗੱਲ ਤਾਂ ਕਰੇਗਾ ਹੀ ਕਰੇਗਾ, ਮੈਂਟਲ ਦੀ ਗੱਲ ਤਾਂ ਕਰੇਗਾ ਹੀ ਕਰੇਗਾ। ਸੋ ਇਸੇ ਕਰਕੇ ਤੁਸੀਂ ਯਾਦ ਰੱਖਣਾਗਾ ਕਿ ਜੀਨ ਪਿਆਜੇ ਇਹ ਕਹਿੰਦਾਗਾ ਕਿ ਜਿਹੜੇ ਬੱਚੇ ਨੇ ਨਾ ਉਹਨਾਂ ਦੀ ਬੌਧਿਕਤਾ ਆਪਾਂ ਮੈਂਟਲੀ ਤੌਰ ਤੇ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੇ ਨੇਗੇ, ਠੀਕ ਹੈ ਜੀ। ਆਵਾਜ਼ਾਂ ਨੂੰ ਸੁਣਨਾ, ਖਿਡੌਣੇ ਨੂੰ ਪਕੜਨਾ, ਖੇਡਣਾ, ਇਹ ਸਾਰੀਆਂ ਕਿਰਿਆਵਾਂ ਕਰਦੇ ਨੇ ਜਿਸ ਦੇ ਨਾਲ ਉਹਨਾਂ ਦਾ ਜਿਹੜਾ ਮੈਂਟਲ ਲੈਵਲ ਆ ਨਾ, ਕੋਗਨੇਟਿਵ ਡਿਵੈਲਪਮੈਂਟ ਆ ਜਿਹੜੀ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈਗੀ। ਇਸ ਕਰਕੇ ਬੱਚੇ ਬਚਪਨ ਵਿੱਚ ਵੀ ਇੱਕ ਵਿਗਿਆਨੀ ਦੀ ਤਰ੍ਹਾਂ ਵਿਚਰਦੇ ਨੇਗੇ। ਕਹਿਣ ਦਾ ਮਤਲਬ ਹੈਗਾ ਜੀਨ ਪਿਆਜੇ ਕਹਿ ਰਿਹਾ ਹੈਗਾ ਕਿ ਜਿਹੜੇ ਬੱਚੇ ਨੇ ਨਾ ਉਹ ਇੱਕ ਤਰ੍ਹਾਂ ਦੇ ਸਾਇੰਟਿਸਟ ਦੀ ਤਰ੍ਹਾਂ ਬਿਹੇਵ ਕਰਦੇ ਨੇ। ਕਿਉਂ? ਕਿਉਂਕਿ ਉਹਨਾਂ ਦਾ ਸਾਰਾ ਜਿਹੜਾ ਦਿਨ ਹੈਗਾ ਪੂਰਾ ਉਹ ਖੋਜ ਕਾਰਜਾਂ ਵਿੱਚ ਲੱਗਦਾ ਹੈਗਾ। ਮਤਲਬ ਕੋਈ ਵੀ ਚੀਜ਼ ਤੁਸੀਂ ਇੱਕ ਵਾਰ ਬੱਚੇ ਨੂੰ ਦਿਖਾ ਦਿਓ, ਠੀਕ ਆ, ਬੱਚਾ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰੇਗਾ, ਲੱਭਣ ਦੀ ਕੋਸ਼ਿਸ਼ ਜ਼ਰੂਰ ਕਰੇਗਾ। ਇੱਕ ਵਾਰ ਇੱਕ ਕੋਈ ਵੀ ਚੀਜ਼ ਬੱਚੇ ਨੂੰ ਦਿਖਣੀ ਚਾਹੀਦੀ ਹੈਗੀ ਤਾਂ ਬੱਚਾ ਉਸ ਨੂੰ ਲੱਭਣ ਦੇ ਵਿੱਚ ਲੱਗ ਜਾਂਦਾ ਗਾ। ਇਸੇ ਕਰਕੇ ਇਸ ਸਿਧਾਂਤ ਨੂੰ ਖੋਜ ਅਤੇ ਨਿਰਮਾਣ ਦਾ ਸਿਧਾਂਤ ਵੀ ਕਿਹਾ ਜਾਂਦਾ ਗਾ। ਬਿਲਕੁਲ ਜੀ, ਸਮਝ ਆਈ ਗੱਲ। ਸੋ ਜੀਨ ਪਿਆਜੇ ਕਹਿ ਰਿਹਾ ਹੈਗਾ ਕਿ ਜਿਹੜਾ ਬੱਚਾ ਨਾ ਉਹਦੀ ਜਿਹੜੀ ਬੌਧਿਕ ਯੋਗਤਾ ਬਹੁਤ ਜ਼ਿਆਦਾ ਡਿਵੈਲਪ ਹੁੰਦੀ ਹੈਗੀ। ਦੇਖ ਕਿੱਥੋਂ ਰਿਹਾ ਉਹ ਕਹਿ ਰਿਹਾ ਜੀ ਬੱਚੇ ਖਿਡੌਣੇ ਨਾਲ ਖੇਡਣਾ, ਪਕੜਨਾ, ਆਵਾਜ਼ਾਂ ਸੁਣਨ ਵਰਗੀਆਂ ਕਿਰਿਆਵਾਂ ਕਰਦੇ ਨੇ ਤਾਂ ਕਰਕੇ ਉਹਨਾਂ ਦੀ ਜਿਹੜਾ ਮੈਂਟਲ ਗਰੋਥ ਹੈ ਨਾ ਉਹਦਾ ਜਿਹੜਾ ਏਰੀਆ ਉਹ ਬਹੁਤ ਜ਼ਿਆਦਾ ਬਰੋਡ ਹੁੰਦਾ ਹੈਗਾ, ਬਹੁਤ ਜ਼ਿਆਦਾ ਵਿਸ਼ਾਲ ਹੁੰਦਾ, ਬਹੁਤ ਜ਼ਿਆਦਾ ਵਾਈਡ ਹੁੰਦਾ ਹੈਗਾ। ਇਸੇ ਕਰਕੇ ਉਹ ਬੱਚਿਆਂ ਨੂੰ ਇੱਕ ਵਿਗਿਆਨੀ ਦੇ ਤੌਰ ਤੇ ਕਹਿੰਦਾ ਕਿ ਬੱਚੇ ਨੇ ਜਿਹੜੇ ਇੱਕ ਵਿਗਿਆਨੀ ਦੇ ਤੌਰ ਤੇ ਵਿਚਰਦੇ ਨੇ ਤਾਂ ਕਰਕੇ ਉਹ ਬੱਚਿਆਂ ਨੂੰ ਕਹਿੰਦਾ ਜੀ ਇੱਕ ਲਿਟਲ ਸਾਇੰਟਿਸਟ ਨੇਗੇ, ਇੱਕ ਛੋਟੇ ਵਿਗਿਆਨੀ ਨੇਗੇ। ਇਸੇ ਗੱਲ ਤੋਂ ਹੀ ਇਸ ਸਿਧਾਂਤ ਨੂੰ ਖੋਜ ਅਤੇ ਨਿਰਮਾਣ ਦਾ ਸਿਧਾਂਤ ਵੀ ਕਿਹਾ ਜਾਣ ਲੱਗਿਆ। ਯਾਦ ਰੱਖੋਗੇ ਜੀ ਇਸ ਨੂੰ ਪ੍ਰਿੰਸੀਪਲ ਆਫ ਸਰਚ, ਥਿਊਰੀ ਆਫ ਇਨਵੈਸਟੀਗੇਸ਼ਨ ਐਂਡ ਕ੍ਰੀਏਸ਼ਨ ਕਿਹਾ ਜਾਂਦਾ ਹੈਗਾ, ਠੀਕ ਹੈ ਜੀ। ਸੋ ਜਦੋਂ ਕੁਐਸਚਨ ਬਣਦਾ ਨਾ ਉਦੋਂ ਇਸ ਤਰ੍ਹਾਂ ਦੀ ਕੁਐਸਚਨ ਬਣਦੇ ਨੇ। ਕੋਗਨੇਟਿਵ ਡਿਵੈਲਪਮੈਂਟ ਜਿਹੜਾ ਪ੍ਰਿੰਸੀਪਲ ਹੈ ਕਿਸ ਨੇ ਦਿੱਤਾ, ਠੀਕ ਹੈ, ਇਨਵੈਸਟੀਗੇਸ਼ਨ ਪ੍ਰਿੰਸੀਪਲ ਕਿਸ ਨੇ ਦਿੱਤਾ, ਕ੍ਰੀਏਸ਼ਨ ਪ੍ਰਿੰਸੀਪਲ ਆਫ ਸਰਚ ਕਿਸ ਨੇ ਦਿੱਤਾ, ਸੋ ਖੋਜ ਅਤੇ ਨਿਰਮਾਣ ਦਾ ਸਿਧਾਂਤ ਕਿਸ ਨੇ ਦਿੱਤਾ। ਤਾਂ ਇਹ ਸਾਰੇ ਨੇਮ ਤੁਹਾਨੂੰ ਯਾਦ ਕਰਨੇ ਪੈਣਗੇ। ਜਦੋਂ ਅਸੀਂ ਸਿੱਖਣ ਲਰਨਿੰਗ ਪੜ੍ਹਿਆ ਸੀਗਾ, ਲਰਨਿੰਗ ਦੇ ਵਿੱਚ ਦੇਖੋ ਅਸੀਂ ਕਿੰਨੇ ਜ਼ਿਆਦਾ ਸਾਈਕੋਲੋਜਿਸਟ ਕੀਤੇ, ਸਕਿਨਰ ਕੀਤਾ, ਬਰੂਨਰ ਕੀਤਾ, ਠੀਕ ਹੈ ਜੀ। ਸੋ ਕਿੰਨੇ ਹੀ ਅਸੀਂ ਕੋਲਵਰ ਕੀਤਾ। ਇਹ ਜਿਹੜੇ ਨੇਗੇ ਉਹਨਾਂ ਬਾਰੇ ਵੀ ਅਸੀਂ ਉਹਨਾਂ ਦੇ ਸਿਧਾਂਤਾਂ ਦੇ ਨਾਮ ਯਾਦ ਰੱਖੇ ਸੀ ਨਾ, ਠੀਕ ਹੈ ਜੀ। ਐਵਰੀ ਅਸੀਂ ਉਹਨਾਂ ਦੇ ਪ੍ਰਿੰਸੀਪਲ ਦਾ ਨਾਮ ਯਾਦ ਰੱਖਿਆ ਸੀਗਾ, ਠੀਕ ਹੈ ਜੀ। ਚਾਹੇ ਅਸੀਂ ਬੈਂਡੂਰਾ ਪੜ੍ਹਦੇ ਹਾਂ, ਚਾਹੇ ਕੋਲਰ ਪੜ੍ਹਦੇ ਹਾਂ। ਹੁਣ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਪੜ੍ਹੀ ਸੀਗੀ, ਕਿੰਨੇ ਨਾਮ ਸੀ? CR ਕੰਡੀਸ਼ਨਿੰਗ ਸੀ, ਲਰਨਿੰਗ ਬਾਈ ਕੰਡੀਸ਼ਨਿੰਗ ਸੀਗੀ, ਠੀਕ ਹੈ ਜੀ। ਸੋ ਥਿਊਰੀ ਆਫ ਕਲਾਸੀਕਲ ਕੰਡੀਸ਼ਨਿੰਗ, ਸਨਾਤਨੀ ਅਨੁਬੰਧਨ ਦਾ ਸਿਧਾਂਤ ਪੜ੍ਹਿਆ ਸੀ, ਸਕਿਨਰ ਦੀ ਓਪਰੈਂਟ ਕੰਡੀਸ਼ਨ ਪੜ੍ਹੀ ਸੀ, RS ਕਿਹਾ ਜਾਂਦਾ ਸੀਗਾ, ਰੀਇਨਫੋਰਸਮੈਂਟ ਥਿਊਰੀ ਕਿਹਾ ਜਾਂਦਾ ਸੀਗਾ BF ਸਕਿਨਰ ਬਾਰੇ। ਸੋ ਜਿਵੇਂ ਉੱਥੇ ਉਹਨਾਂ ਦੇ ਵੱਖਰੇ ਵੱਖਰੇ ਨੇਮ ਨੇ ਨਾ, ਤਾਂ ਇੱਥੇ ਵੀ ਫਰੈਂਡ ਤੁਹਾਨੂੰ ਇਹ ਸਾਰੇ ਨੇਮ ਨੇ ਜਿਹੜੇ ਜੀਨ ਪਿਆਜੇ ਦੀ ਥਿਊਰੀ ਦੇ ਸਿਧਾਂਤ ਦੇ ਕੀ ਨਾਮ ਨੇ ਉਹ ਸਾਰੇ ਯਾਦ ਰੱਖਣੇ ਪੈਣਗੇ। ਇਸ ਕਰਕੇ ਮੈਂ ਕਹਿ ਰਿਹਾ ਵੀ ਥੋੜਾ ਜਿਹਾ ਲਰਨਿੰਗ ਦੇ ਵਿੱਚ ਇਹ ਹੈਗਾ ਗਾ। ਤਾਂ ਫਰੈਂਡ ਜਦੋਂ ਅਸੀਂ ਅੱਗੇ ਗੱਲ ਕਰਦੇ ਹਾਂ ਜੀਨ ਪਿਆਜੇ ਦੀ, ਤਾਂ ਪਿਆਜੇ ਦੁਆਰਾ ਦਿੱਤੇ ਗਏ ਗਿਆਨਾਤਮਕ ਵਿਕਾਸ ਦੇ ਪੱਧਰ ਨੂੰ ਸਮਝਣ ਤੋਂ ਪਹਿਲਾਂ ਕੁਝ ਕੁ ਧਾਰਨਾਵਾਂ ਨੂੰ ਸਮਝਣਾ ਜ਼ਰੂਰੀ ਹੈਗਾ ਜਿਹੜੇ ਉਸਦੇ ਸਿਧਾਂਤ ਦੇ ਨਿਰਮਾਣ ਵਿੱਚ ਪ੍ਰਯੋਗ ਕੀਤੇ ਗਏ। ਹੁਣ ਜਦੋਂ ਅਸੀਂ ਜੀਨ ਪਿਆਜੇ ਦਾ ਪ੍ਰਿੰਸੀਪਲ ਅੱਗੇ ਪੜ੍ਹਦੇ ਹਾਂ, ਜਦੋਂ ਅਸੀਂ ਜੀਨ ਪਿਆਜੇ ਦਾ ਸਿਧਾਂਤ ਪੜ੍ਹਦੇ ਹਾਂ ਨਾ, ਤਾਂ ਇਹ 4 ਵਰਡ ਨੇ ਜਿਹੜੇ ਬਹੁਤ ਯੂਜ਼ ਹੋਣਗੇ। ਇਹ ਜਿਹੜੇ 4 ਵਰਡ ਨੇ ਬਹੁਤ ਯੂਜ਼ ਹੋਣਗੇ। ਪਹਿਲਾ ਹੈਗਾ ਜੀ ਸਕੀਮਾ, ਇਹ ਜਿਹੜਾ ਵਰਡ ਆ ਇਹ ਹੈਗਾ ਜੀ ਸਕੀਮਾ, ਠੀਕ ਹੈ ਜੀ। ਪੰਜਾਬੀ ਜਿਹਨੂੰ ਆਰੇਖ ਕਹਿੰਦੇ ਆ, ਪੰਜਾਬੀ ਜਿਹਨੂੰ ਆਰੇਖ ਕਹਿੰਦੇ ਆ, ਇੱਕ ਤਰ੍ਹਾਂ ਦਾ ਗਿਆਨ ਹੁੰਦਾ, ਇਹ ਇੱਕ ਤਰ੍ਹਾਂ ਦੀ ਨੌਲੇਜ ਹੁੰਦੀ ਆ, ਅੱਗੇ ਪੜਾਂਗੇ। ਸੋ ਪਹਿਲਾ ਜਿਹੜਾ ਅਸੀਂ ਪੱਧਰ ਯੂਜ਼ ਕਰਦੇ ਹਾਂ ਜਾਂ ਵਿਕਾਸ ਦੇ ਪੱਧਰ ਨੂੰ ਸਮਝਣ ਦੇ ਲਈ ਜੋ ਧਾਰਨਾਵਾਂ ਯੂਜ਼ ਕਰਦੇ ਹਾਂ, ਤਾਂ ਪਹਿਲਾ ਹੈਗਾ ਆਰੇਖ ਜਿਹਨੂੰ ਅਸੀਂ ਸਕੀਮਾ ਕਹਿੰਦੇ ਆ। ਦੂਜਾ ਐਸਮੀਲੇਸ਼ਨ ਆ ਜੀ, ਆਤਮ ਸ਼ਾਂਤਮੀਕਰਨ, ਆਤਮ ਸ਼ਾਂਤਮੀਕਰਨ ਜਿਹਨੂੰ ਅਸੀਂ ਐਸਮੀਲੇਸ਼ਨ ਕਹਿੰਦੇ ਆ। ਤੀਜਾ ਐਕੋਮੋਡੇਸ਼ਨ ਹੈ ਜਿਹਨੂੰ ਅਸੀਂ ਸਮਾਯੋਜਨ ਕਹਿੰਦੇ ਆ। ਚੌਥਾ ਇਕੁਲਿਬ੍ਰੇਸ਼ਨ ਆ ਜਾਂ ਇਕੁਲਿਬ੍ਰਿਮ ਕਿਹਾ ਜਾਂਦਾ ਹੈਗਾ, ਇਕੁਲਿਬ੍ਰੇਸ਼ਨ ਤੈਨੂੰ ਇਕੁਲਿਬ੍ਰਿਮ ਵੀ ਕਿਹਾ ਜਾਂਦਾ ਹੈਗਾ। ਸਮਤੋਲ ਕਹਿ ਸਕਦੇ ਹੋ ਜਾਂ ਸੰਤੁਲਨ ਕਹਿ ਸਕਦੇ ਹੋ। ਇਕੁਲਿਬ੍ਰਿਮ ਕੀ ਹੁੰਦਾ? ਸੰਤੁਲਨ ਹੀ ਤਾਂ ਹੁੰਦਾ। ਇਕੁਲਿਬ੍ਰਿਮ ਕੀ ਹੁੰਦਾ? ਸੰਤੁਲਨ ਹੀ ਤਾਂ ਹੁੰਦਾ। ਸੋ ਕਹਿਣ ਦਾ ਮਤਲਬ ਜਦੋਂ ਅਸੀਂ ਜੀਨ ਪਿਆਜੇ ਦੀਆਂ ਧਾਰਨਾਵਾਂ ਪੜ੍ਹਦੇ ਹਾਂਗੇ, ਜੀਨ ਪਿਆਜੇ ਦੀ ਦਾ ਪ੍ਰਿੰਸੀਪਲ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਉਹ ਇਹਨਾਂ 4 ਟਰਮਸ ਨੂੰ ਬਹੁਤ ਜ਼ਿਆਦਾ ਯੂਜ਼ ਕਰਦਾ ਹੈਗਾ। ਪਹਿਲੀ ਟਰਮ ਉਹਦੀ ਸਕੀਮਾ ਜੀ, ਦੂਜੀ ਐਸਮੀਲੇਸ਼ਨ ਆ, ਤੀਜੀ ਅਕੋਮੋਡੇਸ਼ਨ ਆ, ਚੌਥੀ ਇਕੁਲਿਬ੍ਰੇਸ਼ਨ ਆ। ਇਕੁਲਿਬ੍ਰੇਸ਼ਨ ਨੂੰ ਇਕੁਲਿਬ੍ਰਿਮ ਵੀ ਕਿਹਾ ਜਾਂਦਾ ਹੈਗਾ। ਪੰਜਾਬੀ ਦੇ ਵਿੱਚ ਆਰੇਖ ਆ ਜੀ, ਆਤਮ ਸ਼ਾਂਤਮੀਕਰਨ, ਸਮਾਯੋਜਨ ਐਂਡ ਸਮਤੋਲ ਜਾਂ ਫਿਰ ਸੰਤੁਲਨ।
दसो जी बैलेंस गल समझो एक तरह की है बैलेंस है क्लीयर हुण असीं कल्ले कल्ले बारे रीड करांगे कि स्कीमा की कहंदा गा एसिमिलेशन की कहंदा इक्विलिब्रियम की कहंदा एकोमोडेशन की कहंदा गा स्कीमा की है जी आरेख की हैगा ਸਕੀਮਾ ਜਿਹਨੂੰ ਅਸੀਂ ਆਰੇਖ ਕਹਿੰਦੇ ਆ ਜੀਨ ਪਿਆਜੇ ਨੇ ਮਨੋਵਿਗਿਆਨ ਵਿੱਚ ਜੀਵ ਵਿਗਿਆਨ ਦੇ ਸ਼ਬਦ ਸਕੀਮਾ ਆਰੇਖ ਦਾ ਪ੍ਰਯੋਗ ਕੀਤਾ ਇਹ ਤਾਂ ਸਾਨੂੰ ਕਲੀਅਰ ਹੋ ਗਿਆ ਕਿ ਜਿਹੜਾ ਜੀਨ ਪਿਆਜੇ ਆ ਉਹ ਸਕੀਮਾ ਵਰਡ ਨੂੰ ਯੂਜ਼ ਕਰ ਰਿਹਾ ਹੁਣ ਸਕੀਮਾ ਦਾ ਮਤਲਬ ਕੀ ਆ ਸਕੀਮਾ ਦਾ ਮਤਲਬ ਕੀ ਹੈਗਾ ਗਿਆਨ ਦਾ ਇਕੱਠਾ ਕੀਤਾ ਹੋਇਆ ਜਾਲ ਜਿੰਨਾ ਵੀ ਗਿਆਨ ਸਾਡੇ ਕੋਲੇ ਆ ਇੱਕ ਬੱਚੇ ਕੋਲੇ ਜਿੰਨੀਆਂ ਵੀ ਗਿਆਨ ਆ ਜਿੰਨੀ ਵੀ ਨੌਲੇਜ ਹੈ ਉਸ ਨੂੰ ਸਕੀਮਾ ਕਹਿੰਦੇ ਆ ਗੱਲ ਸਮਝਦੇ ਹੋ ਕੱਲੀ ਕੱਲੀ ਟਰਮ ਨੂੰ ਸਮਝਣਾ ਪਏਗਾ ਨਹੀਂ ਫਿਰ ਐਂਡ ਤੇ ਤੁਹਾਨੂੰ ਪ੍ਰੋਬਲਮ ਆਏਗੀ ਸਕੀਮਾ ਕੀ ਹੈ ਜੀ ਸਕੀਮਾ ਦਾ ਮਤਲਬ ਹੈਗਾ ਸਟੋਰ ਔਰ ਰੂਮ ਆਫ ਨੌਲੇਜ ਜਿਆਦਾ ਕਹ ਲੋ ਸਟੋਰ ਆਫ ਨੌਲੇਜ ਆ ਜਾਂ ਫਿਰ ਰੂਮ ਆਫ ਨੌਲੇਜ ਆ ਠੀਕ ਹੈ ਜੀ ਗਿਆਨ ਦਾ ਇਕੱਠ ਭਾਵ ਇੱਕ ਬੱਚੇ ਕੋਲੇ ਜਿੰਨੀ ਨੌਲੇਜ ਹੈ ਉਸ ਨੂੰ ਅਸੀਂ ਸਕੀਮਾ ਕਹਾਂਗੇ ਹੋਰ ਸਮਝੋ ਹੋਰ ਕੀ ਹੈ ਇਹ ਸਕੀਮਾ ਕੀ ਆ ਦੇਖੋ ਗਿਆਨ ਦਾ ਇਕੱਠ ਕੀਤਾ ਹੋਇਆ ਜਾਲ ਹੈ ਜਿਹੜੇ ਸਾਡੇ ਚਿਰਸਥਾਈ ਜਾ ਸ਼ਕਤੀ ਵਿੱਚ ਇਕੱਠੇ ਹੁੰਦੇ ਹਨ ਕਹਿੰਦਾ ਮਤਲਬ ਦਿਨ ਭਰ ਅਸੀਂ ਕਿੰਨੀਆਂ ਐਕਟੀਵਿਟੀਜ਼ ਕਰਦੇ ਹਾਂ ਕਿੰਨੇ ਲੋਕਾਂ ਨਾਲ ਵਿਚਰਦੇ ਹਾਂ ਤਾਂ ਉਹ ਜਿਹੜਾ ਗਿਆਨ ਆ ਨਾ ਉਹ ਇਹ ਜਿਹੜਾ ਗਿਆਨ ਆ ਇਹ ਜਿਹੜੀ ਨੌਲੇਜ ਆ ਇਹ ਸਾਡੇ ਮਾਈਂਡ ਦੇ ਵਿੱਚ ਠੀਕ ਹੈ ਜੀ ਕੀ ਹੋ ਜਾਂਦੀ ਹੈ ਸਾਡੀ ਜ਼ਿਆਦਾ ਸ਼ਕਤੀ ਦੇ ਵਿੱਚ ਇਕੱਠੀ ਹੋ ਜਾਂਦੀ ਆ ਜਿਨ੍ਹਾਂ ਨੂੰ ਅਸੀਂ ਯਾਦ ਕਰ ਸਕਦੇ ਹਾਂ ਤੇ ਸਮਝ ਸਕਦੇ ਹਾਂ ਜਿਵੇਂ ਜਿਵੇਂ ਇਹਨਾਂ ਆਰੇਖ ਦੇਖੋ ਆਰੇਖ ਦੇ ਨਾਲ ਗਿਆਨ ਲਿਖਤਾ ਨਾ ਸੋ ਆਰੇਖ ਇੱਕ ਤਰ੍ਹਾਂ ਦਾ ਗਿਆਨ ਆਗਾ ਆਰੇਖ ਸਕੀਮਾ ਇੱਕ ਤਰ੍ਹਾਂ ਦਾ ਗਿਆਨ ਆ ਗਿਆਨ ਦਾ ਨਿਰਮਾਣ ਹੁੰਦਾਗਾ ਇਹਨਾਂ ਵਿੱਚੋਂ ਆਪਸੀ ਸੰਬੰਧ ਬਣਦਾਗਾ ਉਵੇਂ ਉਵੇਂ ਅਸੀਂ ਨੇੜੇ ਤੇੜੇ ਦੀ ਦੁਨੀਆ ਨੂੰ ਵਧੇਰੀ ਚੰਗੀ ਤਰ੍ਹਾਂ ਜਾਣਨ ਤੇ ਸਮਝਣ ਲੱਗਦੇ ਹਾਂ ਹੁੰਦਾ ਕੀ ਆ ਜੇ ਅਸੀਂ ਇੱਕ ਦਿਨ ਦੀ ਗੱਲ ਕਰੀਏ ਇੱਕ ਡੇ ਦੀ ਗੱਲ ਕਰੀਏ ਤਾਂ ਸਟਾਰਟਿੰਗ ਦੇ ਦਿਨ 8 ਵਜੇ ਤੋਂ ਅਸੀਂ ਲੋਕਾਂ ਦੇ ਨਾਲ ਵਿਚਰਨਾ ਸ਼ੁਰੂ ਕਰ ਦਿੰਦੇ ਆਂਗੇ ਠੀਕ ਆ ਬਹੁਤ ਸਾਰੀਆਂ ਫੋਨ ਕਾਲ ਤੁਹਾਨੂੰ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਤੁਸੀਂ ਵਿਚਰਦੇ ਹੋਗੇ ਤਾਂ ਬਹੁਤ ਸਾਰੀਆਂ ਘਟਨਾਵਾਂ ਤੁਹਾਡੇ ਡੇ ਦੇ ਵਿੱਚ ਦਿਨ ਦੇ ਵਿੱਚ ਵਿਚਰਦੀਆਂ ਨੇਗੀਆਂ ਉਹ ਸਾਰੀਆਂ ਘਟਨਾਵਾਂ ਜਿਨ੍ਹਾਂ ਤੋਂ ਤੁਹਾਨੂੰ ਨੌਲੇਜ ਮਿਲਦੀ ਆ ਗਿਆਨ ਮਿਲਦਾ ਉਹ ਇੱਕ ਯਾਦਾਸ਼ਤ ਦੇ ਤੌਰ ਤੇ ਤੁਹਾਡੇ ਮਾਈਂਡ ਦੇ ਵਿੱਚ ਫਿੱਟ ਹੋ ਜਾਂਦੀਆਂ ਨੇਗੀਆਂ ਫਿਰ ਤੁਸੀਂ ਕੀ ਕਰਦੇ ਹੋਗੇ ਉਹ ਇੱਕ ਤਰ੍ਹਾਂ ਦਾ ਆਰੇਖ ਬਣ ਜਾਂਦਾ ਇੱਕ ਤਰ੍ਹਾਂ ਦਾ ਗਿਆਨ ਬਣ ਜਾਂਦਾ ਨਾ ਫਿਰ ਤੁਸੀਂ ਉਹਨਾਂ ਦਾ ਆਪਸੀ ਸੰਬੰਧ ਬਣਾਉਂਦੇ ਹੋ ਮਤਲਬ ਕੋਈ ਘਟਨਾ ਸਵੇਰੇ 10 ਵਜੇ ਵਾਪਰੀ ਤੇ ਕੋਈ ਘਟਨਾ ਰਾਤ ਨੂੰ 10 ਵਜੇ ਵਾਪਰੀ ਇਹਨਾਂ 'ਚ ਜੇ ਤੁਹਾਨੂੰ ਕੋਈ ਰਿਲੇਸ਼ਨ ਲੱਗਦਾਗਾ ਕਿ ਇਹਨਾਂ 'ਚ ਕੋਈ ਨਾ ਕੋਈ ਰਿਲੇਸ਼ਨ ਹੈ ਠੀਕ ਆ ਮੰਨ ਕੇ ਚਲੋ ਕਿਸੇ ਪਰਸਨ ਤੁਸੀਂ 10 ਵਜੇ ਮਿਲੇ ਸੀ ਉਸ ਨੂੰ ਕੋਈ ਕੰਮ ਕਿਹਾ ਉਹੀ ਕੰਮ ਆ ਜਿਹੜਾ ਉਸਨੇ ਰਾਤ ਨੂੰ 10 ਵਜੇ ਤੱਕ ਕੀਤਾ ਤਾਂ ਇਹ ਇੱਕ ਦੂਜੇ ਨਾਲ ਡਾਇਰੈਕਟ ਰਿਲੇਸ਼ਨ 'ਚ ਆ ਗਏ ਸੋ ਉਹ ਜਿਹੜਾ ਸੰਬੰਧ ਬਣਦਾਗਾ ਤੇ ਬਾਕੀ ਜਿਹੜੀਆਂ ਘਟਨਾਵਾਂ ਤੁਹਾਡੇ ਆਲੇ ਦੁਆਲੇ ਵਾਪਰਦੀਆਂ ਨੇ ਤੁਸੀਂ ਉਹਨੂੰ ਸਮਝਦੇ ਹੋ ਜਦੋਂ ਤੁਸੀਂ ਸਮਝਦੇ ਹੋ ਨਾ ਤਾਂ ਉਹੀ ਸਕੀਮਾ ਗਾ ਗੱਲ ਸਮਝਦੇ ਹੋ ਕਿਉਂਕਿ ਉਹੀ ਗਿਆਨ ਆ ਜਿਹੜਾ ਸਮਝਿਆ ਗਿਆ ਉਹੀ ਗਿਆਨ ਆ ਜਿਹੜਾ ਤੁਹਾਡੇ ਮਾਈਂਡ ਦੇ ਵਿੱਚ ਕਲੈਕਟ ਹੋ ਗਿਆ ਤੁਹਾਡੇ ਮਾਈਂਡ ਨੇ ਜਿਹੜੀ ਚੀਜ਼ਾਂ ਨੂੰ ਅਸੈਪਟ ਕਰ ਲਿਆ ਉਹੀ ਗਿਆਨ ਆ ਹੁਣ ਉਹੀ ਸਕੀਮਾ ਹੁਣ ਇਸ ਗੱਲ ਨੂੰ ਸਮਝੋ ਕਹਿੰਦੇ ਆਰੇਖ ਆ ਨਾ ਜਿਹੜਾ ਪਰਿਵਰਤਨਸ਼ੀਲ ਹੁੰਦਾਗਾ ਜਿਹੜਾ ਸਕੀਮਾ ਇਹ ਚੇਂਜੇਬਲ ਆ ਡਾਇਨਾਮਿਕ ਆ ਜਾਂ ਮੋਡੀਫਾਈਏਬਲ ਆ ਕੀ ਮਤਲਬ ਹੈ ਇਸ ਚੀਜ਼ ਦਾ ਇਸ ਚੀਜ਼ ਦਾ ਮਤਲਬ ਇਹ ਆ ਕਿ ਜੋ ਤੁਸੀਂ ਕੁਝ ਸਿੱਖਿਆ ਉਹਦੇ ਵਿੱਚ ਚੇਂਜ ਆਏਗਾ ਉਹ ਡਾਇਨਾਮਿਕ ਆ ਡਾਇਨਾਮਿਕ ਹੁੰਦਾ ਜਿਹੜਾ ਪਰਿਵਰਤਨਸ਼ੀਲ ਹੋਵੇ ਮੋਡੀਫਾਈਏਬਲ ਆ ਫॉर एग्जांपल ਹੁਣ ਤੋਂ ਪਹਿਲਾਂ ਇਹ ਕਲਾਸ ਲੱਗਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਕੀ ਤੁਸੀਂ ਜੀਨ ਪਿਆਜੇ ਬਾਰੇ ਕੁਝ ਜਾਣਦੇ ਸੀ ਜੇ ਤੁਸੀਂ ਜੀਨ ਪਿਆਜੇ ਬਾਰੇ ਕੁਝ ਜਾਣਦੇ ਸੀ ਕਿ ਉਸ ਦੇ ਵਿੱਚ ਕੁਝ ਮੋਡੀਫਾਈ ਹੋਇਆ ਤੁਹਾਨੂੰ ਪਤਾ ਸੀ ਕਿ ਜੀਨ ਪਿਆਜੇ ਦਾ ਸਿਧਾਂਤ ਆ ਜਿਹੜਾ ਗਿਆਨਾਂ ਤੋਂ ਵਿਕਾਸ ਦਾ ਸਿਧਾਂਤ ਆ ਬਟ ਅੱਧੇ ਘੰਟੇ ਤੋਂ ਜੋ ਮੈਂ ਲਗਾਤਾਰ ਪੜ੍ਹਾ ਰਿਹਾ ਉਸਨੇ ਤੁਹਾਡੇ ਸਕੀਮਾਂ ਨੂੰ ਉਸਨੇ ਤੁਹਾਡੇ ਆਰੇਖ ਨੂੰ ਕੀ ਕੀਤਾ ਮੋਡੀਫਾਈ ਹੀ ਤਾਂ ਕੀਤਾਗਾ ਚੇਂਜੇਬਲ ਹੀ ਤਾਂ ਕੀਤਾਗਾ ਡਾਇਨਾਮਿਕ ਹੀ ਤਾਂ ਕੀਤਾ ਵਧਾਇਆ ਹੀ ਤਾਂ ਹੈ परिवर्तन आया ना बहुते स्टूडेंट्स ਨੂੰ ਜੀਨ ਪਿਆਜੇ ਬਾਰੇ ਪਤਾ ਹੀ ਨਹੀਂ ਹੋਏਗਾ ਪਹਿਲੀ ਵਾਰ ਸੁਣਿਆ ਬਹੁਤੇ ਸਟੂਡੈਂਟਸ ਨੂੰ ਜੀਨ ਪਿਆਜੇ ਬਾਰੇ ਥੋੜਾ ਹੀ ਪਤਾ ਹੋਏਗਾ ਬਟ ਅੱਜ ਉਹਨਾਂ ਦੀ ਜਿਹੜੀ ਉਹ ਨੌਲੇਜ ਆ ਜਿਹੜਾ ਉਹਨਾਂ ਦਾ ਸਕੀਮਾ ਹੈਗਾ ਉਹ ਕੀ ਹੋ ਗਿਆ ਉਹ ਮੋਡੀਫਾਈ ਹੋ ਗਿਆ ਕਿਉਂਕਿ ਉਸ ਦੇ ਵਿੱਚ ਹੋਰ ਨਵੀਆਂ ਚੀਜ਼ਾਂ ਐਡ ਹੋ ਗਈਆਂ ਇਸ ਕਰਕੇ ਆਰੇਖ ਆ ਜਿਹੜਾ ਆਰੇਖ ਇੱਕ ਤਰ੍ਹਾਂ ਦਾ ਗਿਆਨ ਆ ਸਿੰਪਲ ਸ਼ਬਦਾਂ ਦੇ ਵਿੱਚ ਉਹ ਕੀ ਹੋਇਆ ਜੀ परिवर्तन हो गया मॉडिफाई हो गया दसो जी क्लियर होया कमेंट कर दो फटाफट सारे स्टूडेंट क्लियर होया जी
दसो जी। ठीक है जी, बहुत वधिया। दैन फ्रेंड अगे मूव करते हैं। किसी भी बच्चे विच आरेख जन्म तो हुंदा गा, किसी भी बच्चे विच आरेख जन्म तो हुंदा गा। जीन प्याजे कह रहे कि किसी बच्चे विच आरेख जन्म तो हुंदा गा। हुण तुसीं इह ना समझ लिओ कि ओह जन्म तो ही बहुत वड्डा ਗਿਆਨਵਾਨ ਹੁੰਦਾ ਗਾ। ਇਹ ਨਾ ਸਮਝ ਲਿਓ ਕਿ ਬੱਚਾ ਜਨਮ ਤੋਂ ਹੀ ਬਹੁਤ ਜ਼ਿਆਦਾ ਗਿਆਨਵਾਨ ਹੁੰਦਾ ਗਾ, ਬਹੁਤ ਸਾਰੀ ਨੌਲੇਜ ਹੁੰਦੀ ਆ, ਫਟਾਫਟ ਸਾਰਾ ਕੁਝ ਉਹ ਪੜ੍ਹ ਲੇਗਾ, ਸਮਝ ਲੇਗਾ। ਨਹੀਂ, ਉਹ ਇਸ ਦੀ ਗੱਲ ਨਹੀਂ ਕਰ ਰਿਹਾ। ਠੀਕ ਆ, ਕਿਸ ਚੀਜ਼ ਦੀ ਗੱਲ ਕਰ ਰਿਹਾ ਫਿਰ? ਜੀਨ ਪਿਆਜੇ ਕਹਿ ਰਿਹਾ ਗਾ ਕਿ ਕਿਸੇ ਬੱਚੇ ਵਿੱਚ ਆਰੇਖ ਜਨਮਜਾਤ ਹੋਣ ਤੋਂ ਭਾਵ ਆ ਕਿ ਬੱਚੇ ਵਿੱਚ ਜਨਮ ਤੋਂ ਹੀ ਕੁਝ ਮੂਲ ਪ੍ਰਵਿਰਤੀਆਂ ਦਾ ਗਿਆਨ ਹੁੰਦਾ ਗਾ। ਬੱਚੇ ਦੇ ਲੈਵਲ ਦੀ ਗੱਲ ਕਰ ਰਿਹਾ ਤਾਂ ਬੱਚੇ ਦੀਆਂ ਮੂਲ ਪ੍ਰਵਿਰਤੀਆਂ ਦੇ ਗਿਆਨ ਦੀ ਗੱਲ ਕਰ ਰਿਹਾ। ਜਿਵੇਂ ਬੱਚੇ ਨੂੰ ਕੁਝ ਖਵਾਣਾ ਹੈਗਾ ਨਾ, ਬੱਚੇ ਨੂੰ ਦੱਸਣਾ ਨਹੀਂ ਪੈਂਦਾ ਵੀ ਮੂੰਹ ਖੋਲ। ਠੀਕ ਆ, ਬੱਚੇ ਕੋਲੇ ਖਾਲੀ ਚਮਚਾ ਵੀ ਲੈ ਕੇ ਜਾਓਗੇ ਨਾ ਤਾਂ ਵੀ ਮੂੰਹ ਖੋਲ ਲੇਗਾ। ਬੱਚਾ ਨਾ ਫਿੰਗਰਸ ਨੂੰ ਬੜਾ, ਕੋਈ ਵੀ ਉਹਦੇ ਹੱਥ 'ਚ ਕੋਈ ਪੈਨ ਦੇ ਦਿਓ, ਠੀਕ ਆ, ਆਪਣੀ ਫਿੰਗਰਸ ਦੇ ਦਿਓ ਤਾਂ ਇਮੀਡੀਏਟਲੀ ਉਸ ਨੂੰ ਪਕੜ ਲੇਗਾ। ਠੀਕ ਆ, ਕਿਸੇ ਵੀ ਚੀਜ਼ ਵੱਲ ਜਦੋਂ ਉਹ ਦੇਖਣ ਲੱਗ ਜੇ, ਟਿਕਟਕਾਈ ਲਾ ਕੇ ਦੇਖਣ ਲੱਗ ਜੇ ਤਾਂ ਦੇਖਦਾ ਹੀ ਰਹੇਗਾ। ਇਹ ਉਹਦੀਆਂ ਮੂਲ ਪ੍ਰਵਿਰਤੀਆਂ ਨੇ, ਇਹ ਉਹਦੀਆਂ ਮੂਲ ਪ੍ਰਵਿਰਤੀਆਂ ਨੇ। ਇੰਨੇ ਕੁ ਗਿਆਨ ਦੀ ਗੱਲ ਕਰਦਾ ਉਹ ਬੱਚੇ ਦੇ। ਕਿਤੇ ਸੋਚੀ ਚੱਲੋ ਕਿ ਬੱਚੇ ਦੇ ਬਹੁਤ ਵੱਡੇ ਗਿਆਨ ਦੀ ਗੱਲ ਕਰ ਰਿਹਾ ਹੈਗਾ ਕਿ ਬੱਚੇ ਨੂੰ ਪਤਾ ਹੈਗਾ ਕਿਵੇਂ ਸਮਾਜ ਦੇ ਵਿੱਚ ਵਿਚਰਨਾ, ਕਿਵੇਂ ਪੜ੍ਹਨਾ, ਕਿਵੇਂ ਰਿਸਪੈਕਟ ਕਰਨੀ ਆ। ਇਹਨਾਂ ਗਿਆਨ ਦੀ ਇੰਨੀਆਂ ਵੱਡੀਆਂ ਗੱਲਾਂ ਨਹੀਂ ਕਰ ਰਿਹਾ ਉਹ ਬੱਚੇ ਬਾਰੇ। ਉਹ ਤਾਂ ਜਸਟ ਗੱਲ ਕਰ ਰਿਹਾ ਮੂਲ ਪ੍ਰਵਿਰਤੀਆਂ ਦੀ। ਤੇ ਮੂਲ ਪ੍ਰਵਿਰਤੀਆਂ ਅਸੀਂ ਖੁਦ ਵੀ ਨੋਟ ਕਰਦੇ ਹਾਂ ਕਿ ਇੱਕ ਬੱਚਾ ਨਾ ਜਿਹੜਾ 6 ਮੰਥ ਦਾ ਹੀ ਨਾ ਬੱਚਾ, ਜਿਹੜਾ 6 ਮੰਥ ਦਾ ਬੱਚਾ ਹੈ ਨਾ, ਇਹਦੇ ਲਈ ਇੱਕ ਖਾਲੀ ਸਪੂਨ ਇਹਦੇ ਮੂੰਹ ਕਣੀ ਕਰ ਦਿਓ, ਇਹ ਮੂੰਹ ਖੋਲ ਲੇਗਾ, ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ। ਠੀਕ ਆ, ਇਸਦੇ ਛੋਟੇ ਜਿਹੇ ਹੱਥ ਦੇ ਵਿੱਚ ਆਪਣੀ ਉਂਗਲ ਰੱਖ ਦਿਓ ਹੈ ਨਾ, ਤਾਂ ਇਹ ਉਸ ਨੂੰ ਪਕੜ ਲੇਗਾ। ਉਸੇ ਤਰੀਕੇ ਕਈ ਵਾਰ ਬੱਚਾ ਜਦੋਂ ਕਿਸੇ ਨੂੰ ਦੇਖਣ ਲੱਗ ਜੇ ਹੈ ਨਾ, ਕਿਸੇ ਚੀਜ਼ ਵੱਲ ਅਟਰੈਕਟ ਹੋ ਜੇ ਤਾਂ ਉਹਨੂੰ ਦੇਖਦਾ ਹੀ ਰਹਿੰਦਾ ਹੈਗਾ। ਤਾਂ ਇਹ ਮੂਲ ਪ੍ਰਵਿਰਤੀਆਂ ਨੂੰ ਉਹ ਆਰੇਖ ਕਹਿ ਰਿਹਾ ਹੈਗਾ ਬੱਚੇ ਦੇ ਲੈਵਲ ਤੋਂ। ਉਹ ਆਰੇਖ ਦਾ ਮਤਲਬ ਤਾਂ ਗਿਆਨ ਆ, ਗਿਆਨ ਦੀ ਤਾਂ ਕੋਈ ਸੀਮਾ ਨਹੀਂ, ਕਿੰਨਾ ਵੀ ਹੋ ਸਕਦਾ ਹੈਗਾ। ਬਟ ਜਿਹੜਾ ਬੱਚੇ ਦਾ ਆਰੇਖ ਆ ਉਹ ਕੀ ਹੈ ਜੀ, ਇਕੱਲੀਆਂ ਉਹਦੀਆਂ ਮੂਲ ਪ੍ਰਵਿਰਤੀਆਂ ਨੇ। ਮੂਲ ਪ੍ਰਵਿਰਤੀਆਂ ਜਿਹੜੀਆਂ ਮੈਂ ਇੱਥੇ ਸ਼ੋ ਕੀਤੀਆਂ ਨੇ। ਕਲੀਅਰ ਹੋ ਗਿਆ ਜੀ। ਸੋ ਇਸੇ ਕਰਕੇ ਐਨੀ ਚਾਈਲਡ ਹੈਜ਼ ਸਕੀਮਾ ਫਰੋਮ ਬਰਥ, ਕਿਸੇ ਵੀ ਬੱਚੇ ਦੇ ਵਿੱਚ ਜਿਹੜਾ ਸਕੀਮਾ ਨਾ, ਜਿਹੜਾ ਉਹਦਾ ਆਰੇਖ ਹੈਗਾ, ਗਿਆਨ ਆ, ਉਹ ਜਨਮ ਤੋਂ ਹੀ ਹੁੰਦਾ ਹੈਗਾ। ਸਕੀਮਾ ਕਲੀਅਰ ਹੋਇਆ ਜੀ, ਫਟਾਫਟ ਦੱਸੋ। ਐਵਰੀ ਸਟੂਡੈਂਟ ਨੂੰ ਸਕੀਮਾ ਕਲੀਅਰ ਹੋ ਗਿਆ ਕਿ ਸਕੀਮਾ ਕੀ ਆ? ਸਕੀਮਾ ਦਾ ਮਤਲਬ ਆ ਗਿਆਨ, ਬਸ। ਸਕੀਮਾ ਦਾ ਮਤਲਬ ਆ ਗਿਆਨ। ਹਰੇਕ ਸਟੇਜ ਦੇ ਵਿੱਚ ਜਿਹੜਾ ਗਿਆਨ ਹੈਗਾ, ਜਿਹੜਾ ਸਕੀਮਾ, ਉਹ ਵੱਖਰਾ ਵੱਖਰਾ ਹੋਏਗਾ। ਸੋ ਗਿਆਨ ਦਾ ਜਿਹੜਾ ਇਕੱਠ ਹੈਗਾ, ਜਾਲ ਹੈਗਾ, ਉਹਨੂੰ ਅਸੀਂ ਸਕੀਮਾ ਕਹਿੰਦੇ ਆਂਗੇ। ਤੇ ਬੱਚਾ ਜਿਹੜਾ ਇੱਕ ਸਾਇੰਟਿਸਟ ਦੇ ਤੌਰ ਤੇ ਜੋ ਪਿਆਜੇ ਕਹਿ ਰਿਹਾ ਹੈਗਾ, ਸੋ ਆਪਣੇ ਨੇੜੇ ਤੇੜੇ ਦੀਆਂ ਦੁਨੀਆ ਨੂੰ ਕੀ ਕਰਦਾ ਹੈਗਾ, ਅਵਲੋਕਨ ਕਰਦਾ ਹੈਗਾ, ਜੱਜ ਕਰਦਾ, ਦੇਖਦਾ ਹੈਗਾ, ਫਿਰ ਸਮਝਦਾ ਹੈਗਾ। ਠੀਕ ਹੈ ਜੀ। ਤੇ ਸਕੀਮਾ ਜਿਹੜਾ ਚੇਂਜੇਬਲ ਆ, ਡਾਇਨਾਮਿਕ ਆ, ਮੋਡੀਫਾਈਏਬਲ ਆ, ਇਹਦਾ ਮਤਲਬ ਇਹੀ ਹੈਗਾ ਕਿ ਸਾਡੇ 'ਚ ਲਗਾਤਾਰ ਅਸੀਂ ਸਿੱਖਦੇ ਹਾਂ ਕਿ ਚੇਂਜਸ ਆਉਂਦੀਆਂ ਜਾਂਦੀਆਂ ਨੇ। ਤੇ ਬੱਚੇ ਦੇ ਵਿੱਚ ਜਿਹੜਾ ਸਕੀਮਾ ਹੈਗਾ ਉਹ ਬਾਏ ਬਰਥ ਹੁੰਦਾ ਹੈਗਾ। ਕਲੀਅਰ। ਦੈਨ ਫਰੈਂਡ ਅੱਗੇ ਮੂਵ ਕਰ ਦਿਆਂਗੇ। ਐਸਮੀਲੇਸ਼ਨ ਕੀ ਆ? ਆਤਮ ਸ਼ਾਂਤਮੀਕਰਨ ਕੀ ਆ? ਐਸਮੀਲੇਸ਼ਨ ਦਾ ਮਤਲਬ ਹੈਗਾ ਜੀ ਜੋੜਨਾ। ਐਸਮੀਲੇਸ਼ਨ ਦਾ ਮਤਲਬ ਕੀ ਹੈ ਜੀ? ਐਸਮੀਲੇਸ਼ਨ ਦਾ ਮਤਲਬ ਜੋੜਨਾ। ਹੁਣ ਮਤਲਬ ਕੀ ਹੈ ਜੀ? ਨਵੀਆਂ ਜਾਣਕਾਰੀ ਨੂੰ ਇਕੱਠਾ ਕਰਨਾ ਤੇ ਉਹਨਾਂ ਦਾ ਵਰਗੀਕਰਨ ਕਰਨਾ। ਆਰੇਖ ਵਿੱਚ ਗਿਆਨ ਦੀਆਂ ਵੱਖ-ਵੱਖ ਇਕਾਈਆਂ ਹੁੰਦੀਆਂ ਨੇ ਜਿਹੜੀਆਂ ਆਪਸ ਵਿੱਚ ਜੁੜੀਆਂ ਹੋਈਆਂ ਹੁੰਦੀਆਂ ਨੇ। ਜਦੋਂ ਵੀ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਮੌਜੂਦਾ ਆਰੇਖ ਵਿੱਚ ਸ਼ਾਮਲ ਹੋ ਜਾਂਦੀ ਆ। ਹੁਣ ਤੁਹਾਡੇ ਗਿਆਨ ਦੇ ਵਿੱਚ, ਤੁਹਾਡੇ ਸਕੀਮਾ ਦੇ ਵਿੱਚ ਅੱਜ ਕਿੰਨੀ ਜਾਣਕਾਰੀ ਹੈ ਜਿਹੜੀ ਉਹ ਸ਼ਾਮਲ ਹੋਈ ਆ? ਦੱਸੋ। ਅੱਜ ਤੁਹਾਡੇ ਆਰੇਖ ਦੇ ਵਿੱਚ, ਤੁਹਾਡੇ ਸਕੀਮਾ ਦੇ ਵਿੱਚ, ਤੁਹਾਡੇ ਗਿਆਨ ਦੇ ਵਿੱਚ ਕਿੰਨੀ ਜਾਣਕਾਰੀ ਸ਼ਾਮਿਲ ਹੋਈ ਆ? ਹੋਈ ਹੈ ਨਾ। ਪਿਛਲੇ 20-25 ਮਿੰਟਾਂ ਤੋਂ ਅਸੀਂ ਲਗਾਤਾਰ ਲੈਕਚਰ ਦੇ ਰਹੇ ਹਾਂਗੇ ਤਾਂ ਕਿੰਨਾ ਕੁਛ ਹੈ ਜਿਹੜਾ ਤੁਹਾਡੇ ਅੱਜ ਮਾਈਂਡ ਦੇ ਵਿੱਚ ਫਿੱਟ ਹੋਇਆਗਾ। ਸੋ ਜਿਹੜਾ ਆਰੇਖ ਆ ਨਾ, ਆਰੇਖ ਵਿੱਚ ਗਿਆਨ ਦੀਆਂ ਵੱਖ ਇਕਾਈਆਂ ਹੁੰਦੀਆਂ ਨੇ ਜਿਹੜੀਆਂ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ। ਜਦੋਂ ਵੀ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਮੌਜੂਦਾ ਆਰੇਖ ਵਿੱਚ ਸ਼ਾਮਿਲ ਹੋ ਜਾਂਦੀ ਆ। ਭਾਵ ਜੁੜਨਾ, ਤੁਹਾਡੀ ਪੂਰਵ ਗਿਆਨ 'ਚ, ਤੁਹਾਡੀ ਓਲਡ ਨੌਲੇਜ ਦੇ ਵਿੱਚ ਨਵੀਂ ਨੌਲੇਜ ਦਾ ਜੁੜ ਜਾਣਾ ਨਵਾਂ ਸਕੀਮਾ ਬਣਾਏਗਾ। ਸਿੰਪਲ ਜਿਹੀ ਤਾਂ ਗੱਲ ਆ। ਜਿਹੜੀ ਤੁਹਾਡੀ ਪ੍ਰੀਵੀਅਸ ਨੌਲੇਜ ਆ
ਹੁਣ ਤੱਕ ਪਿਆਜੇ ਬਾਰੇ ਜਿਹੜੀ ਤੁਹਾਡੀ ਨੌਲੇਜ ਸੀ, ਹੁਣ ਤੱਕ ਜਿਹੜੀ ਤੁਹਾਡੀ ਨੌਲੇਜ ਸੀ ਇਹ ਲੈਕਚਰ ਸਟਾਰਟ ਹੋਣ ਤੋਂ ਪਹਿਲਾਂ, ਤੇ ਇਸ ਦੇ ਵਿੱਚ ਜੋ ਨਵੀਂ ਨੌਲੇਜ ਅੱਜ ਮੈਂ ਤੁਹਾਨੂੰ ਦਿੱਤੀ ਹੈਗੀ, ਉਹ ਦੋਨੋਂ ਜਦੋਂ ਜੁੜ ਜਾਂਦੀ ਆ ਤਾਂ ਕੀ ਕਹਾਂਦੀ ਆ ਜੀ, ਐਸਮੀਲੇਸ਼ਨ ਕਹਾਉਂਦੀ ਆ, ਭਾਵ ਨਿਊ ਸਕੀਮਾ ਬਣਦਾ, ਨਵਾਂ ਗਿਆਨ ਬਣਦਾ ਹੈਗਾ। ਦੱਸੋ ਜੀ, ਕਲੀਅਰ ਹੋ ਗਿਆ? ਦੋ ਟਰਮ ਤੁਹਾਨੂੰ ਮੈਂ ਦੱਸਿਆ, ਪਹਿਲੀ ਸਕੀਮਾ, ਦੂਜੀ ਐਸਮੀਲੇਸ਼ਨ। ਆਤਮ ਸ਼ਾਂਤਮੀਕਰਨ ਤੇ ਸਕੀਮਾ ਜਿਸਨੂੰ ਅਸੀਂ ਆਰੇਖ ਕਹਿੰਦੇ ਆ, ਇਹ ਦੋਨੋਂ ਟਰਮਾਂ ਕਲੀਅਰ ਹੋਈਆਂ। ਜੇਕਰ ਇਹ ਦੋਨੋਂ ਟਰਮਸ ਕਲੀਅਰ ਨੇ ਤਾਂ ਫਿਰ ਹੀ ਅਸੀਂ ਥਰਡ ਟਰਮਸ ਵੱਲ ਮੂਵ ਕਰਨ ਦਾ ਕੋਈ ਫਾਇਦਾ ਹੈਗਾ, ਫਿਰ ਹੀ ਥਰਡ ਟਰਮਸ ਵੱਲ ਮੂਵ ਕਰਨ ਦਾ ਫਾਇਦਾ ਹੈ। ਦੱਸੋ ਜੀ, ਠੀਕ ਹੈ ਜੀ, ਕਲੀਅਰ ਹੋਇਆ? ਤਾਂ ਥਰਡ ਟਰਮ ਵੱਲ ਮੂਵ ਕਰ ਲੈਂਦੇ ਆ ਜੀ। ਦੇਖੋ ਥਰਡ ਟਰਮ ਹੈਗੀ ਆ ਅਕੋਮੋਡੇਸ਼ਨ। ਥਰਡ ਟਰਮ ਕੀ ਹੈ ਜੀ? ਥਰਡ ਟਰਮ ਹੈ ਅਕੋਮੋਡੇਸ਼ਨ। ਹੁਣ ਅਕੋਮੋਡੇਸ਼ਨ ਕੀ ਹੈ ਜੀ? ਕਹਿੰਦੇ ਸਮਾਯੋਜਨ ਕੀ ਹੈਗਾ, ਜਿਸ ਵਿੱਚ ਕਈ ਜਾਣਕਾਰੀਆਂ ਤੇ ਅਨੁਭਵਾਂ ਦੇ ਨਤੀਜੇ ਵਜੋਂ ਮੌਜੂਦਾ ਗਿਆਨ ਸਰਚਨਾ ਆਰੇਖ ਵਿੱਚ ਬਦਲਾਅ ਕਰਨਾ ਸ਼ਾਮਿਲ ਹੈ। ਮੌਜੂਦਾ ਜਿਹੜਾ ਨਵਾਂ ਗਿਆਨ ਆ ਸਾਡੇ ਮੌਜੂਦਾ ਆਰੇਖ ਨੂੰ ਬਦਲਦਾ, ਤਾਂ ਉਹਨੂੰ ਕਹਿੰਦਾ ਅਕੋਮੋਡੇਸ਼ਨ। ਮਤਲਬ ਕੀ ਹੈਗਾ, ਜਦੋਂ ਮੈਂ ਤੁਹਾਨੂੰ ਐਸਮੀਲੇਸ਼ਨ ਪੜ੍ਹਾ ਰਿਹਾ, ਤੁਹਾਨੂੰ ਮੈਂ ਇਹ ਨਹੀਂ ਕਿਹਾ ਵੀ ਤੁਹਾਡੇ ਗਿਆਨ ਦੇ ਵਿੱਚ ਬਦਲਾਅ ਆਇਆ, ਤੁਹਾਡਾ ਗਿਆਨ ਵਧਿਆਗਾ, ਜਸਟ ਮੋਡੀਫਾਈ ਹੋਇਆਗਾ, ਠੀਕ ਹੈ ਨਾ, ਜਸਟ ਮੋਡੀਫਾਈ ਹੋਇਆਗਾ। ਕਹਿੰਦਾ ਮਤਲਬ ਕਿ ਤੁਹਾਡਾ ਗਿਆਨ ਹੈ ਜਿਹੜਾ ਉਹ ਵਧਿਆਗਾ ਇੱਥੇ। ਬਟ ਇੱਥੇ ਕੀ ਹੈਗਾ, ਇੱਥੇ ਕੀ ਹੈਗਾ, ਇੱਥੇ ਤੁਸੀਂ ਕੁਝ ਪੁਰਾਣੀਆਂ ਚੀਜ਼ਾਂ ਨੂੰ ਛੱਡਦੇ ਹੋ ਤੇ ਨਵੀਆਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਹੋ। ਗੱਲ ਸਮਝਦੇ ਹੋ? ਤੁਹਾਡੇ ਜਿਹੜੇ ਪੁਰਾਣੇ ਸਿਧਾਂਤ ਨੇ ਉਹ ਬਦਲਦੇ ਨੇ ਤੇ ਨਵੇਂ ਸਿਧਾਂਤ ਵਿੱਚ ਐਡ ਹੋ ਜਾਂਦੇ ਨੇ। ਤੁਹਾਡੀ ਜਿਹੜੀ ਐਗਜ਼ਿਸਟਿੰਗ ਨੌਲੇਜ ਆ ਨਾ, ਐਗਜ਼ਿਸਟਿੰਗ ਨੌਲੇਜ ਆ, ਉਸ ਦੇ ਵਿੱਚ, ਉਸ ਇਨਫੋਰਮੇਸ਼ਨ ਦੇ ਵਿੱਚ, ਉਸ ਐਕਸਪੀਰੀਅੰਸ ਦੇ ਵਿੱਚ ਕੀ ਆਂਦਾਗਾ, ਬਦਲਾਅ ਆਉਂਦਾਗਾ। ਤਾਂ ਇਹਨੂੰ ਅਸੀਂ ਅਕੋਮੋਡੇਸ਼ਨ ਕਹਿੰਦੇ ਆ, ਸਮਾਯੋਜਨ ਕਹਿੰਦੇ ਆ। ਸਮਾਯੋਜਨ ਜੇ ਕਰਾਂਗੇ ਤਾਂ ਹੀ ਲਰਨਿੰਗ ਹੋਏਗੀ। ਕਿਉਂ? ਜੇਕਰ ਅਸੀਂ ਸਿੱਖਣ ਵਾਸਤੇ ਤਿਆਰ ਹੀ ਨਹੀਂ, ਜੋ ਕੁਝ ਸਿੱਖਿਆ ਉਸ ਨੂੰ ਆਪਣੇ ਆਪ 'ਚ ਢਾਲਣ ਵਾਸਤੇ ਤਿਆਰ ਹੀ ਨਹੀਂ, ਤਾਂ ਫਿਰ ਸਮਾਯੋਜਨ ਨਹੀਂ ਹੋ ਸਕਦਾ, ਅਕੋਮੋਡੇਸ਼ਨ ਨਹੀਂ ਹੋ ਸਕਦੀ। ਸੋ ਜਿਹੜੀ ਦੂਸਰੀ ਪ੍ਰਕਿਰਿਆ ਸਮਾਯੋਜਨ ਦੀ ਆ, ਜਿਸ ਵਿੱਚ ਕਈ ਜਾਣਕਾਰੀਆਂ ਤੇ ਅਨੁਭਵਾਂ ਦੇ ਨਤੀਜੇ ਵਜੋਂ ਮੌਜੂਦਾ ਗਿਆਨ ਆ ਜਿਹੜਾ, ਠੀਕ ਆ, ਉਸ ਵਿੱਚ ਬਦਲਾਅ ਕਰਨਾ ਸ਼ਾਮਿਲ ਹੈ। ਤੁਹਾਨੂੰ ਜਾਣਕਾਰੀ ਤਾਂ ਹੈਗੀ ਸੀ, ਬਟ ਤੁਹਾਨੂੰ ਫੀਲ ਹੋਇਆ ਕਿ ਉਹ ਜਾਣਕਾਰੀ ਗਲਤ ਸੀ ਤੇ ਤੁਸੀਂ ਕੀ ਕੀਤਾ, ਉਸ 'ਚ ਬਦਲਾਅ ਕੀਤਾ। ਤੁਸੀਂ ਲਕੀਰ ਦੇ ਫਕੀਰ ਨਹੀਂ ਬਣੇ। ਪੰਜਾਬੀ 'ਚ ਇਹ ਕਹਿ ਸਕਦੇ ਵੀ ਤੁਸੀਂ ਲਕੀਰ ਦੇ ਫਕੀਰ ਨਹੀਂ ਬਣੇ, ਤੁਸੀਂ ਗੱਲ ਨੂੰ ਸਮਝਿਆ ਤੇ ਤੁਸੀਂ ਉਹਨੂੰ ਐਕੋਮੋਡੇਸ਼ਨ ਕੀਤੀ, ਸਮਾਯੋਜਨ ਕੀਤਾ, ਤੁਹਾਨੂੰ ਬਦਲਾਅ ਮਹਿਸੂਸ ਹੋਇਆ ਕਿ ਠੀਕ ਆ, ਮੈਂ ਗਲਤ ਸੀਗਾ, ਇਹ ਚੀਜ਼ ਸਹੀ ਆ, ਦੈਨ ਉਹ ਅਕੋਮੋਡੇਸ਼ਨ ਕਹੇਗੀ। ਇਹਨੂੰ ਤਾਂ ਸਮਾਯੋਜਨ ਕਹਿੰਦੇ ਆ, ਇੱਕ ਤਰ੍ਹਾਂ ਦੀ ਐਡਜਸਟਮੈਂਟ ਆ। ਗੱਲ ਸਮਝੋ, ਇੱਕ ਤਰ੍ਹਾਂ ਦੀ ਐਡਜਸਟਮੈਂਟ ਆ। ਕਿਸ ਦੇ ਨਾਲ? ਆਪਦੇ ਆਪ ਨਾਲ। ਤੁਹਾਨੂੰ ਪਤਾ ਲੱਗਦਾ ਕਿ ਠੀਕ ਆ ਜੀ, ਮੈਂ ਉਸ ਟਾਈਮ ਗਲਤ ਸੀਗਾ, ਬਟ ਅੱਜ ਮੈਨੂੰ ਇਹ ਜਾਣਕਾਰੀ ਮਿਲੀ ਆ, ਇਹ ਜਾਣਕਾਰੀ ਬਿਲਕੁਲ ਸਹੀ ਆ। ਸਾਡੇ ਮਨਾਂ 'ਚ ਕਿੰਨੇ ਹੀ ਭੁਲੇਖੇ ਨੇਗੇ ਜਿਹੜੇ ਅਸੀਂ ਪਾਲ ਕੇ ਰੱਖੇ ਹੋਏ ਨੇਗੇ, ਇਮੀਡੀਏਟਲੀ ਇੱਕ ਦਿਨ ਸਾਨੂੰ ਉਹਨਾਂ 'ਚ ਕਲੈਰਿਟੀ ਆਉਂਦੀ ਹੈਗੀ, ਤਾਂ ਉਹ ਕੀ ਆ, ਉਹ ਸਮਾਯੋਜਨ ਜੀ, ਅਕੋਮੋਡੇਸ਼ਨ ਆ। ਸੋ ਨਵਾਂ ਗਿਆਨ ਸਾਡੇ ਮੌਜੂਦਾ ਆਰੇਖ ਨੂੰ ਬਦਲਦਾ। ਜਿਸ ਗਿਆਨ ਨੂੰ ਤੁਸੀਂ ਮਤਲਬ ਕਿ ਆਪਣੇ ਨਾਲ ਸਾਂਭੀ ਬੈਠੇ ਹੋਗੇ, ਪਰ ਤੁਹਾਨੂੰ ਕਦੇ ਲੱਗਿਆ ਕਿ ਯਾਰ ਨਹੀਂ, ਇਹ ਤਾਂ ਬਦਲਾਅ ਹੋ ਚੁੱਕਿਆ ਹੈਗਾ, ਹਨਾ, ਜਾਂ ਇਹ ਹੁਣ ਇਸ ਦੀ ਜ਼ਰੂਰਤ ਨਹੀਂ ਰਹੀ, ਤਾਂ ਉਸ ਨੂੰ ਅਸੀਂ ਅਕੋਮੋਡੇਸ਼ਨ ਕਹਾਂਗੇ, ਸਮਾਯੋਜਨ ਕਰਨਾ ਕਹਾਂਗੇ। ਠੀਕ ਹੈ ਜੀ, ਇਹ ਤਿੰਨ ਚੀਜ਼ਾਂ ਸੀ। ਚੌਥੀ ਚੀਜ਼ ਹੈਗੀ ਆ ਜੀ ਸੰਤੁਲਨ, ਜਿਹਨੂੰ ਅਸੀਂ ਕਹਿੰਦੇ ਸਮਤੋਲ, ਸੰਤੁਲਨ, ਇਕੁਲਿਬ੍ਰੇਸ਼ਨ ਜਾਂ ਇਕੁਲਿਬ੍ਰਿयम। ਹੁਣ ਇਹਦੇ ਵਿੱਚ ਕੀ ਹੈਗਾ, ਜਦੋਂ ਤੁਸੀਂ ਅਕੋਮੋਡੇਸ਼ਨ ਕਰ ਲਈ, ਜਦੋਂ ਤੁਸੀਂ ਅਕੋਮੋਡੇਸ਼ਨ ਕਰ ਲਈ ਤਾਂ ਉਹ ਤੁਹਾਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਰੋਧਤਾ ਪੈਦਾ ਨਾ ਕਰੇ, ਤੁਸੀਂ ਉਸ ਨੂੰ ਅਸੈਪਟ ਕਰ ਸਕੋ, ਤੁਸੀਂ ਉਸ ਨੂੰ ਅਸੈਪਟ ਕਰ ਸਕੋ। ਜਿਵੇਂ ਤੁਸੀਂ ਹੁਣ ਅਸੈਪਟ ਕਰ ਰਹੇ ਹੋ ਮੇਰੇ ਪੜ੍ਹਾਏ ਹੋਏ ਨੂੰ। ਪਹਿਲਾਂ ਤੁਹਾਡੀ ਨੌਲੇਜ ਕੁਝ ਹੋਰ ਸੀਗੀ, ਬਟ ਅੱਜ ਤੁਹਾਡੇ ਕੁਝ ਕਨਸੈਪਟ ਕਲੀਅਰ ਹੋਏ ਨੇ, ਤੁਸੀਂ ਕੀ ਕੀਤਾ, ਉਹਨੂੰ ਕਮੂਲੇਟ ਕਰ ਲਿਆ, ਤੁਸੀਂ ਉਸ ਦੇ ਅਕੋਰਡਿੰਗ ਆਪਣੇ ਆਪ ਨੂੰ ਬਦਲ ਲਿਆ। ਜਦੋਂ ਤੁਸੀਂ ਬਦਲ ਲਿਆ, ਤੁਸੀਂ ਵਿਰੋਧ ਨਹੀਂ ਕਰ ਰਹੇਗੇ, ਤੁਸੀਂ ਸੰਤੁਸ਼ਟ ਹੋਗੇ ਕਿ ਠੀਕ ਆ ਜੀ, ਜੋ ਵੀ ਵਿਚਾਰ ਨੇ ਅਸੀਂ ਉਹਨਾਂ ਤੋਂ ਸੰਤੁਸ਼ਟ ਹਾਂ, ਜੋ ਤੁਸੀਂ ਸਮਝਾਇਆ, ਜੋ ਅਸੀਂ ਸਮਝਿਆ, ਉਹਨਾਂ ਵਿੱਚ ਇੱਕ ਇਕੁਇਲਿਬ੍ਰਿयम ਹੈਗਾ, ਬਿਲਕੁਲ ਕੋਈ ਵਿਰੋਧਤਾ ਵਾਲੀ ਗੱਲ ਹੀ ਨਹੀਂ, ਤਾਂ ਅਸੀਂ ਉਹਨੂੰ ਇਕੁਇਲਿਬ੍ਰਿयम ਕਹਾਂਗੇ, ਸੰਤੁਲਨ ਕਹਾਂਗੇ। ਕਲੀਅਰ ਹੋਈ ਜੀ ਗੱਲ? ਫਟਾਫਟ ਦੱਸ ਦਿਓ, ਦੱਸੋ ਜੀ ਫਟਾਫਟ, ਕਲੀਅਰ ਹੋ ਗਿਆ? ਸੋ ਸੰਤੁਲਨ ਸਭ ਤੋਂ ਲਾਸਟ ਦੇ ਉੱਪਰ ਆਏਗਾ। ਠੀਕ ਆ ਜੀ, ਦੱਸੋ ਫਰੈਂਡ, ਕਿਤੇ ਕੋਈ ਵੀ ਤੁਹਾਡੇ ਮਨ 'ਚ ਕੋਈ ਡਾਊਟ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ।
2 ਲੈਕਚਰ ਦੇ ਵਿੱਚ ਜੀਨ ਪਿਆਜੇ ਕੰਪਲੀਟ ਹੋ ਜਾਏਗਾ। ਆਫਟਰ ਦੈਟ ਇਹਦੇ MCQs ਹੋਣਗੇ। ਸੋ ਇਹ ਤੁਸੀਂ ਕਿਉਂਕਿ ਕੁਐਸਚਨ ਪੁੱਛ ਲੈਂਦੇ ਨੇ ਵੀ ਸਕੀਮਾ ਤੋਂ ਕੀ ਮਤਲਬ ਆ, ਜਾਂ ਸਕੀਮਾ ਜਿਹੜਾ ਹੈ ਉਹ ਕਿਸ ਵੱਲੋਂ ਦਿੱਤਾ ਗਿਆ ਹੈਗਾ, ਅਕੋਮੋਡੇਸ਼ਨ ਕੀ ਹੈਗਾ, ਐਸਿਮਿਲੇਸ਼ਨ ਕੀ ਹੈਗਾ, ਠੀਕ ਹੈ ਜੀ, ਇਕੁਇਲਿਬ੍ਰੀਅਮ ਕੀ ਹੈਗਾ। ਤਾਂ ਜਦੋਂ ਤੁਸੀਂ ਇਹਨਾਂ ਟਰਮਸ ਦੇ ਵਿੱਚੋਂ ਇੱਕ ਵਾਰ ਥਰੂ ਆਊਟ ਹੁੰਦੇ ਹੋ ਨਾ, ਤਾਂ ਤੁਹਾਨੂੰ ਪਤਾ ਲੱਗ ਜਾਂਦਾਗਾ, ਫਿਰ ਕੁਐਸਚਨ ਗਲਤ ਨਹੀਂ ਹੁੰਦਾਗਾ। ਠੀਕ ਆ, ਹੁਣ ਦੇਖੋ ਇਹ ਪ੍ਰੋਸੈਸ ਆ ਜੀ, ਇਹ ਇਕੁਇਲਿਬ੍ਰੀਅਮ ਦਾ ਕੀ ਹੈਗਾ, ਇਹ ਪ੍ਰੋਸੈਸ ਆ ਕਿਸ ਦਾ ਜੀ, ਇਕੁਇਲਿਬ੍ਰੀਅਮ ਦਾ। ਇਕੁਇਲਿਬ੍ਰੀਅਮ ਦਾ ਕੀ ਹੈ, ਇਹ ਪ੍ਰੋਸੈਸ ਹੈਗਾ। ਹੁਣ ਇਕੁਇਲਿਬ੍ਰੀਅਮ ਦਾ ਪ੍ਰੋਸੈਸ ਕੀ ਆ, ਦੇਖੋ ਡੀਅਰ ਜਿਹੜੀ ਤੁਸੀਂ ਲਾਸਟ ਸਟੇਜ ਦੀ ਗੱਲ ਕਰ ਰਹੇ ਹੋ, ਇਕੁਇਲਿਬ੍ਰੀਅਮ ਦੀ ਗੱਲ ਕਰ ਰਹੇ ਹੋ, ਰਿਪੀਟ ਕਰ ਦਿੰਨਾਗਾ। ਇਕੁਇਲਿਬ੍ਰੀਅਮ ਦਾ ਕੀ ਮਤਲਬ ਆ ਜੀ, ਇਕੁਇਲਿਬ੍ਰੀਅਮ ਦਾ ਮਤਲਬ ਹੈ ਫਰੈਂਡ, ਜਿਹੜਾ ਵੀ ਨਵਾਂ ਤੁਹਾਡੇ ਕੋਲੇ, ਜੋ ਵੀ ਨਵਾਂ ਤੁਹਾਡੇ ਲਵੇ ਗਿਆਨ ਆਇਆਗਾ, ਜੋ ਵੀ ਨਵਾਂ ਤੁਹਾਡੇ ਲਵੇ ਆਰੇਖ ਆਇਆਗਾ, ਉਸ ਨੂੰ ਤੁਸੀਂ ਵਿਰੋਧ ਨਹੀਂ ਕਰ ਰਹੇ, ਉਸ ਨੂੰ ਤੁਸੀਂ ਉਸ ਦੇ ਅਕੋਰਡਿੰਗ ਤੁਸੀਂ ਪੂਰੀ ਤਰ੍ਹਾਂ ਨਾਲ ਜਦੋਂ ਸੰਤੁਸ਼ਟ ਹੋਗੇ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਜੀ, ਇਕੁਇਲਿਬ੍ਰੀਅਮ ਕਹਿੰਦੇ ਆਂਗੇ। ਠੀਕ ਹੈ ਜੀ, ਬਾਕੀ ਵੀਡੀਓ ਤੁਹਾਡੇ ਲਵੇ ਰਿਕਾਰਡਿੰਗ ਫਾਰਮ ਚ ਹੋਏਗੀ, ਰਿਪੀਟ ਕਰਕੇ ਦੇਖ ਲਿਓ, ਕਿਉਂਕਿ ਇੱਕ ਵਾਰ ਚ ਗੱਲਾਂ ਸਮਝ ਆਉਣ ਵਾਲੀਆਂ ਨਹੀਂ ਹੈਗੀਆਂ। ਤਾਂ ਪ੍ਰੋਸੈਸ ਆਫ ਇਕੁਇਲਿਬ੍ਰੀਅਮ ਦੀ ਗੱਲ ਕਰਦੇ ਆਂ, ਪ੍ਰੋਸੈਸ ਆਫ ਇਕੁਇਲਿਬ੍ਰੀਅਮ ਦੀ ਗੱਲ ਕਰਦੇ ਆਂ। ਦੇਖੋ ਇਕੁਇਲਿਬ੍ਰੀਅਮ ਦਾ ਪ੍ਰੋਸੈਸ ਕੀ ਹੈਗਾ, ਸਭ ਤੋਂ ਪਹਿਲਾਂ ਐਸਿਮਿਲੇਸ਼ਨ ਹੁੰਦੀ ਆ। ਐਸਿਮਿਲੇਸ਼ਨ ਕੀ ਹੈਗਾ, ਭਾਵ ਜੋ ਸਾਡਾ ਪਹਿਲਾਂ ਵਾਲਾ ਗਿਆਨ ਸੀਗਾ ਹਨਾ, ਜਿਹੜਾ ਸਾਡਾ ਪੂਰਵ ਗਿਆਨ ਸੀਗਾ, ਉਹਦੇ ਵਿੱਚ ਜਿਹੜਾ ਨਵਾਂ ਗਿਆਨ ਆ ਉਹ ਐਡ ਹੋ ਗਿਆ। ਠੀਕ ਆ, ਜਿਹੜੀ ਸਾਡੀ ਪ੍ਰੀਵੀਅਸ ਨੌਲੇਜ ਸੀ ਉਹਦੇ ਵਿੱਚ ਨਿਊ ਨੌਲੇਜ ਐਡ ਹੋ ਗਈ, ਇਹਨੂੰ ਕਹਿੰਦੇ ਆ ਐਸਿਮਿਲੇਸ਼ਨ। ਐਸਿਮਿਲੇਸ਼ਨ ਦਾ ਮਤਲਬ ਹੁੰਦਾ ਐਡ ਹੋਣਾ। ਜਦੋਂ ਐਸਿਮਿਲੇਸ਼ਨ ਹੋ ਗਈ, ਫਿਰ ਅਸੀਂ ਕੀ ਕਰਦੇ ਆ, ਇਕੁਇਲਿਬ੍ਰੇਸ਼ਨ ਚ ਆ ਜਾਂਦੇ ਆ। ਜਦੋਂ ਅਸੀਂ ਉਸ ਨੂੰ ਅਸੈਪਟ ਕਰ ਲੈਂਦੇ ਆਂਗੇ, ਅਸੀਂ ਕਹਿੰਦੇ ਆ ਵੀ ਠੀਕ ਆ, ਸਭ ਕੁਝ ਗੁੱਡ ਆ, ਅਸੀਂ ਉਹਨਾਂ ਸਥਿਤੀਆਂ ਨੂੰ ਇਕੁਇਲਿਬ੍ਰੀਅਮ ਚ ਲੈ ਆਂਦਾ, ਅਸੀਂ ਉਹਨੂੰ ਅਸੈਪਟ ਕਰ ਲਿਆ, ਅਸੀਂ ਸੰਤੁਸ਼ਟ ਹੋ ਗਏ। ਜੋ ਕੁਝ ਤੁਸੀਂ ਗੇਨ ਕੀਤਾ, ਜੋ ਨਵਾਂ ਗਿਆਨ ਤੁਹਾਡੇ ਲਈ ਆਇਆ, ਤੁਸੀਂ ਉਹਨੂੰ ਸਵੀਕਾਰ ਕਰ ਲਿਆ, ਉਹ ਇਕੁਇਲਿਬ੍ਰੀਅਮ ਆ। ਫਿਰ ਕੀ ਹੁੰਦਾ ਜੀ, ਹੁਣ ਇਹ ਤਾਂ ਹੈ ਨਹੀਂ ਵੀ ਇਕੁਇਲਿਬ੍ਰੀਅਮ ਆ ਗਿਆ ਤਾਂ ਕੋਈ ਅੱਗੇ ਸਮੂਥ ਲਾਈਫ ਚੱਲੇਗੀ, ਨਹੀਂ। ਲਾਈਫ ਦੀ ਸਟੇਜਸ ਫੇਰ ਆਣੀਆਂ, ਫੇਰ ਨਵੀਆਂ ਸਿਚੁਏਸ਼ਨ ਆਣੀਆਂ ਨੇਗੀਆਂ, ਫੇਰ ਨਵੀਆਂ ਸਿਚੁਏਸ਼ਨ ਆਣੀਆਂ ਨੇ। ਜਦੋਂ ਫੇਰ ਨਵੀਆਂ ਸਿਚੁਏਸ਼ਨ ਆਣਗੀਆਂ, ਫੇਰ ਕੋਈ ਨਾ ਕੋਈ ਸਮੱਸਿਆ ਤੁਹਾਨੂੰ ਮਹਿਸੂਸ ਹੋਏਗੀ। ਉਹਦੇ ਨਾਲ ਕੀ ਹੋਏਗਾ, ਤੁਹਾਡਾ ਡਿਸਇਕੁਇਲਿਬ੍ਰੀਅਮ ਆਏਗਾ। ਡਿਸਇਕੁਇਲਿਬ੍ਰੀਅਮ मतलब कि असंतुलन आएगा। ਗੱਲ ਸਮਝਦੇ ਹੋ, ਕੀ ਆਏਗਾ, असंतुलन आएगा, डिसइक्विलिब्रियम आएगा। फिर ਜਦੋਂ डिसइक्विलिब्रियम आएगा, आफ्टर दैट फिर ਕੀ ਹੋਏਗਾ, ਫਿਰ ਅਕੋਮੋਡੇਸ਼ਨ ਹੋਏਗੀ। ਅਕੋਮੋਡੇਸ਼ਨ ਮਤਲਬ ਕੀ ਹੈਗਾ ਕਿ ਜਿਹੜਾ ਨਵਾਂ ਗਿਆਨ ਤੁਹਾਡੇ ਲਵੇ ਨਵੀਂ ਸਿਚੁਏਸ਼ਨ ਚ ਆਇਆ, ਉਸ ਨੂੰ ਤੁਸੀਂ ਕੀ ਕਰ ਲਓਗੇ, ਬਦਲ ਲਓਗੇ। ਠੀਕ ਆ, ਉਸ ਦੇ ਅਕੋਰਡਿੰਗ ਤੁਸੀਂ ਕੀ ਕਰ ਲਓਗੇ, ਚੇਂਜ ਕਰ ਲਓਗੇ। ਨਵਾਂ ਗਿਆਨ ਜਿਹੜਾ ਆਇਆ ਉਹ ਮੌਜੂਦਾ ਗਿਆਨ ਚ ਕੀ ਕਰ ਦੇਗਾ, ਬਦਲਾਅ ਕਰ ਦੇਗਾ। ਫਿਰ ਆਏਗਾ ਅਕੋਮੋਡੇਸ਼ਨ। ਅਕੋਮੋਡੇਸ਼ਨ ਤੋਂ ਫਿਰ ਬਾਅਦ ਫਿਰ ਐਸਿਮਿਲੇਸ਼ਨ ਚੱਲਦੀ ਰਹੇਗੀ, ਕਿਉਂਕਿ ਇੱਥੇ ਤੱਕ ਜੋ ਤੁਸੀਂ ਗਿਆਨ ਪ੍ਰਾਪਤ ਕਰ ਲਿਆ, ਇੱਥੇ ਤੱਕ ਜੋ ਗਿਆਨ ਪ੍ਰਾਪਤ ਕਰ ਲਿਆ, ਹੁਣ ਇਹ ਤਾਂ ਹੈ ਨਹੀਂ ਕਿ ਇਹ ਫਿਕਸ ਹੋ ਗਿਆ, ਇਹ ਤਾਂ ਹੈ ਨਹੀਂ ਕਿ ਇਹ ਫਿਕਸ ਹੋ ਗਿਆ, ਹੁਣ ਇਹਦੇ ਵਿੱਚ ਕੁਝ ਐਡ ਹੀ ਨਹੀਂ ਕਰਨਾ। ਜਿਵੇਂ ਜਿਵੇਂ ਤੁਹਾਡੀ ਸਟੇਜਸ ਆਏਗੀ, ਕੰਕਰੀਟ ਸਟੇਜ ਆਏਗੀ, ਫਾਰਮਲ ਆਪਰੇਸ਼ਨਲ ਸਟੇਜ ਆਏਗੀ, ਉਦੋਂ ਫਿਰ ਉਹਦੇ ਵਿੱਚ ਆ ਤੁਹਾਡਾ ਪੂਰਵ ਗਿਆਨ ਬਣ ਜਾਏਗਾ। ਆ ਜਿਹੜਾ ਗਿਆਨ ਇੱਥੇ ਸੀ, ਇਹ ਕੀ ਤੁਹਾਡਾ ਪੂਰਵ ਗਿਆਨ ਬਣ ਜਾਏਗਾ। ਠੀਕ ਆ, ਪੂਰਵ ਗਿਆਨ ਦੇ ਵਿੱਚ ਫਿਰ ਨਵਾਂ ਗਿਆਨ ਕੀ ਹੋਏਗਾ, ਐਡ ਹੋਏਗਾ, ਨਵਾਂ ਆਰੇਖ ਕੀ ਹੋਏਗਾ, ਐਡ ਹੋਏਗਾ, ਫਿਰ ਐਸਿਮਿਲੇਸ਼ਨ ਹੋਏਗੀ। ਫਿਰ ਤੁਸੀਂ ਉਸ ਨੂੰ ਅਸੈਪਟ ਕਰੋਗੇ, ਫਿਰ ਇਕੁਇਲਿਬ੍ਰੇਸ਼ਨ ਹੋਏਗੀ। ਫਿਰ ਇਕੁਇਲਿਬ੍ਰੇਸ਼ਨ ਇਹ ਤਾਂ ਹੈ ਨਹੀਂ ਕਿ ਲਾਈਫ ਸਾਰਾ ਦਿਨ ਸਟੇਬਲ ਚੱਲਦੀ ਰਹੇਗੀ, ਇਕੁਇਲਿਬ੍ਰੀਅਮ ਬਣਿਆ ਰਹੇਗਾ, ਸੰਤੁਲਨ ਬਣਿਆ ਰਹੇਗਾ। ਫਿਰ ਕੋਈ ਨਾ ਕੋਈ ਨਵੀਂ ਸਿਚੁਏਸ਼ਨ ਆਏਗੀ, ਜਦੋਂ ਕੋਈ ਨਵੀਂ ਸਥਿਤੀ ਆ ਗਈ ਜਿਹੜੀ ਤੁਹਾਡੇ ਫੇਵਰ ਚ ਨਾ ਹੋਈ, ਫਿਰ ਡਿਸਇਕੁਇਲਿਬ੍ਰੀਅਮ ਆ ਜਾਏਗਾ, ਅਸੰਤੁਲਨ ਆ ਜਾਏਗਾ। ਫਿਰ ਕੀ ਹੋ ਜਾਏਗਾ, ਅਕੋਮੋਡੇਸ਼ਨ ਹੋ ਜਾਏਗਾ। ਤੁਹਾਡਾ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਸਿੱਖਦੇ ਹੋਏ ਆਪਣੇ ਪੁਰਾਣੇ ਗਿਆਨ ਨੂੰ ਕੀ ਕਰ ਲਓਗੇ, ਮੋਡੀਫਾਈ ਕਰ ਲਓਗੇ, ਬਦਲ ਲਓਗੇ, ਤੇ ਇਹੀ ਪੁਰਾਣਾ ਗਿਆਨ ਅੱਗੇ ਜਾ ਕੇ ਫਿਰ ਐਸਿਮਿਲੇਟ ਹੋਏਗਾ। ਕਿਉਂ, ਇਹ ਜਿਹੜਾ ਗਿਆਨ ਜਿਹੜਾ ਤੁਹਾਨੂੰ ਇੱਥੇ ਨਵਾਂ ਲੱਗ ਰਿਹਾ ਹੈਗਾ, ਜਿਹੜਾ ਇੱਥੇ ਤੁਹਾਨੂੰ ਨਵਾਂ ਲੱਗ ਰਿਹਾ, ਇਹ ਬਾਅਦ ਦੇ ਵਿੱਚ ਕੁਝ ਸਟੇਜ ਤੇ ਜਾ ਕੇ ਨਵਾਂ ਥੋੜਾ ਨਾ ਰਹੇਗਾ, ਪੂਰਵ ਗਿਆਨ ਬਣ ਜਾਏਗਾ, ਪ੍ਰੀਵੀਅਸ ਨੌਲੇਜ ਬਣ ਜਾਏਗੀ। ਫਿਰ ਇਸ ਪ੍ਰੀਵੀਅਸ ਨੌਲੇਜ ਦੇ ਵਿੱਚ ਨਵਾਂ ਗਿਆਨ ਐਡ ਹੋਏਗਾ, ਫਿਰ ਅਸੀਂ ਉਸ ਨੂੰ ਐਸਿਮਿਲੇਸ਼ਨ ਕਹਾਂਗੇ। ਸੋ ਇਸ ਤਰੀਕੇ ਜਿਹੜਾ ਇਹ ਇੱਕ ਸਰਕਲ ਆਗਾ, ਐਸਿਮਿਲੇਸ਼ਨ, ਇਕੁਇਲਿਬ੍ਰੇਸ਼ਨ, ਨਿਊ ਸਿਚੁਏਸ਼ਨ, ਡਿਸਇਕੁਇਲਿਬ੍ਰੀਅਮ ਐਂਡ ਅਕੋਮੋਡੇਸ਼ਨ ਦਾ ਚੱਲਦਾ ਰਹੇਗਾ। ਸੋ ਉਮੀਦ ਹੈ ਫਰੈਂਡ ਕਿ ਜੀਨ ਪਿਆਜੇ ਬਾਰੇ ਜੋ ਕੁਝ ਤੁਸੀਂ ਅੱਜ ਪੜ੍ਹਿਆ ਉਹ ਤੁਹਾਨੂੰ 100% ਐਗਜ਼ਾਮ ਦੇ ਵਿੱਚ ਮਾਰਕਸ ਦਿਵਾਏਗਾ। ਠੀਕ ਆ, ਬਸ ਗੱਲ ਇਹ ਆ ਕਿ ਇਹਨਾਂ ਪੁਆਇੰਟਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ ਕਿ ਕਿਹੜਾ ਪੁਆਇੰਟ ਮੈਨੇ ਕਿਵੇਂ ਸਮਝਾਇਆ ਹੈਗਾ, ਉਸ ਬੇਸ ਤੇ ਇਹਦਾ ਆਨਸਰ ਦੇਣਾਗਾ। ਆਪਣੇ ਕੋਲੋਂ ਕੋਈ ਥਿਊਰੀ ਨਹੀਂ ਬਣਾਉਣੀ ਗੀ। ਠੀਕ ਆ, ਕਿਉਂਕਿ ਸਾਈਕੋਲੋਜਿਸਟ ਨੇ ਜਿਹੜੀਆਂ ਇਹਨਾਂ ਦੀਆਂ ਥਿਊਰੀ ਨੇ, ਮਾਰਕਸ ਤਾਂ ਹੀ ਦਿੰਦੀਆਂ ਨੇਗੀਆਂ ਜੇ ਤੁਸੀਂ ਇਹਨਾਂ ਦੇ ਅਕੋਰਡਿੰਗ
ਤੁਸੀਂ ਆਨਸਰ ਕਰੋਗੇ, ਹੈ ਨਾ। ਹੁਣ ਦੇਖੋ ਪਿਆਜੇ ਆ ਜਿਹੜਾ ਗਿਆਨਾਤਮਕ ਸਿਧਾਂਤ ਦਿੱਤਾ ਹੈਗਾ, ਠੀਕ ਆ, ਤੁਸੀਂ ਪਿਆਜੇ ਨੂੰ ਸੋਸ਼ਲ ਦੇ ਨਾਲ ਜੋੜੀ ਚੱਲੋ, ਸਮਾਜ ਦੇ ਨਾਲ ਜੋੜੀ ਚੱਲੋ, ਮਾਰਕਸ ਕਿਵੇਂ ਬਣੇਗਾ? ਕਿਉਂ? ਕਿਉਂਕਿ ਸਮਾਜ ਦੀ ਗੱਲ ਤਾਂ ਵਾਈਗੋਸਕੀ ਕਰਦਾ ਹੈਗਾ, ਹੈ ਨਾ, ਸਮਾਜ ਦੀ ਗੱਲ ਤਾਂ ਵਾਈਗੋਸਕੀ ਕਰਦਾ, ਤੇ ਫਿਰ ਉੱਥੇ ਆਪਸ਼ਨਾਂ ਵੀ ਤਾਂ ਇਵੇਂ ਆਉਂਦੀਆਂ ਨੇ ਨਾ ਕਿ ਗਿਆਨਾਤਮਕ ਸਿਧਾਂਤ ਆ ਜਿਹੜਾ ਉਹ ਕਿਸੇ ਨੇ ਦਿੱਤਾ, ਤਾਂ ਫਿਰ ਨੀਚੇ ਆਪਸ਼ਨ 'ਚ ਪਿਆਜੇ ਵੀ ਹੋਏਗਾ, ਵਾਈਗੋਸਕੀ ਵੀ ਹੋਏਗਾ, ਠੀਕ ਹੈ ਜੀ। ਸੋ ਜਿਵੇਂ ਪੜਾਏਗਾ ਇਸ ਨੂੰ ਉਸੇ ਤਰੀਕੇ ਹੀ ਸਮਝਣਾਗਾ, ਉਸੇ ਤਰੀਕੇ ਹੀ ਯਾਦ ਰੱਖਣਾਗਾ, ਜਿਸ ਦੇ ਨਾਲ ਕੀ ਹੋਏਗਾ, ਤੁਹਾਡੀ ਜਿਹੜੀ ਨੌਲੇਜ ਆ ਉਹ मतलब कि ਤੁਹਾਨੂੰ ਆਨਸਰ ਤੱਕ ਲੈ ਕੇ ਜਾਏਗੀ। ਕਲੀਅਰ ਹੋ ਗਈ ਜੀ ਗੱਲ? ਠੀਕ ਹੈ ਜੀ, ਕੋਈ ਡਾਊਟ ਤਾਂ ਨਹੀਂ? ਸੋ ਫਰੈਂਡ ਉਮੀਦ ਹੈ ਜੀ ਕਨਸੈਪਟ ਤੁਹਾਡਾ ਕਲੀਅਰ ਹੋ ਗਿਆ ਹੋਵੇਗਾ। ਕੱਲ ਦੀ ਕਲਾਸਿਸ ਦੇ ਵਿੱਚ ਅਸੀਂ ਇਹਦੀਆਂ ਸਾਰੀਆਂ ਸਟੇजेस ਕਰ ਲਾਂਗੇ ਆਫਟਰ ਦੈਟ MCQs। ਸੋ ਇਸ ਤਰੀਕੇ ਜੀਨ ਪਿਆਜੇ ਕੰਪਲੀਟ ਹੋ ਜਾਏਗਾ। ਆਫਟਰ ਦੈਟ ਫਿਰ ਅਸੀਂ ਵਾਈਗੋਸਕੀ ਦੀ ਗੱਲ ਕਰਾਂਗੇ, ਠੀਕ ਹੈ ਜੀ। ਵਾਈਗੋਸਕੀ ਤੋਂ ਬਾਅਦ ਫਿਰ ਅਸੀਂ ਕੋਲਬਰਗ ਦੀ ਗੱਲ ਕਰਾਂਗੇ, ਠੀਕ ਹੈ ਜੀ। ਓਕੇ ਫਰੈਂਡ, ਥੈंक यू जी।